आइए अपने लेसन वाल चलिए Let's go to the आइए word of अपने God. उस 21 चैप्टर वाल चलिए Let's move to मैं ਤੁਹਾਨੂੰ ਦੱਸਣਾ Genesis. ਚਾਹੁੰਦਾ Genesis 21. I want ਮੈਂ to tell ਤੁਹਾਨੂੰ ਗੱਲ you. ਦੱਸਣਾ ਚਾਹੁੰਦਾ I want to tell you one thing. ਇਹਨਾਂ ਦਿਨਾਂ 'ਚ ਕਾਫੀ ਜਗ੍ਹਾ ਪਰੇਸ਼ਾਨੀਆਂ ਆ ਰਹੀਆਂ ਪਿਛਲੇ ਕਾਫੀ ਸਾਲਾਂ ਤੋਂ In last few days there were many ਇੱਕ problems. ਪਰੇਸ਼ਾਨੀ ਆ ਰਹੀ ਬਹੁਤ ਵੱਡੀ A problem, big ਉਹ problem ਤੁਹਾਨੂੰ came, ਅੱਛੀ ਲੱਗੇਗੀ ਹੈ and you like it. ਕਬਰਸਤਾਨ That is tomb. ਜਿਹੜਾ ਕਬਰਸਤਾਨ ਆ ਉਹਦੀ ਬੜੀ ਪ੍ਰੋਬਲਮ ਆ And there is a big problem of cremation ground. ਜਿਹੜੇ ਮਿਸ਼ਨਰੀ ਲੋਕ ਆ Those who are missionary, ਜਿਹੜੇ ਮਿਸ਼ਨਰੀ ਚਰਚ ਆ those who are missionary churches, ਤੁਹਾਨੂੰ ਪਤਾ do you know ਇਹਨਾਂ ਦੇ ਕਬਰਸਤਾਨਾਂ 'ਚ ਇਹ ਤੁਹਾਡੇ ਸਾਡੇ ਲੋਕਾਂ ਨੂੰ ਦਫਨਾ ਨਹੀਂ ਦਿੰਦੇ that we cannot bury our relatives in their cremation grounds? ਕਿੰਨੇ ਲੋਕਾਂ ਦੀ ਬੇਕਦਰੀ ਹੁੰਦੀ ਹੈ And many people, they don't have ਮੈਂ place. ਬਹੁਤ ਵਾਰ ਦੇਖਿਆ I have seen many ਕਿੰਨੀ times. ਜਗ੍ਹਾ ਲੋਕਾਂ ਨੇ ਲਾਸ਼ਾਂ ਸੜਕਾਂ ਦੇ ਉੱਤੇ ਰੱਖ ਕੇ ਚੱਕਾ ਲਾਤਾ ਚੱਕਾ ਜਾਮ ਕਰਤਾ And I have seen that people place the dead bodies on roads and they just make a jam out there. ਪਤਾ ਕਿਉਂ Do you know why? ਉਹਨਾਂ ਨੂੰ ਜਗ੍ਹਾ ਨਹੀਂ ਮਿਲੀ Because they didn't get place. ਇਹ ਪ੍ਰੋਬਲਮ ਆ This is a problem. ਇਹ ਬਹੁਤ ਵੱਡੀ ਮੁਸ਼ਕਲ ਆ It's a big problem. ਮੈਂ ਦੱਸਣਾ ਚਾਹੁੰਦਾ I want to tell you, ਹਰ ਆਦਮੀ ਆਪਣੇ ਫਾਇਦੇ ਲਈ ਕੰਮ ਕਰ ਰਿਹਾ every person works for his own ਇੱਥੇ ਸਾਡੇ benefit. ਵੱਡੇ ਚਰਚ ਵੀ ਹੈਗੇ ਨੇ We do have big churches. ਜੋ ਚਾਹਣ If they want ਕਿ ਅਸੀਂ ਖੁਦਾ ਦਾ ਕੰਮ ਕਰਨਾ ਹੈ that we want to do for God, ਉਹਨਾਂ ਦੇ ਚਰਚਾਂ 'ਚ ਬਹੁਤ ਪੈਸਾ ਆ ਰਿਹਾ they have got great ਜੇ ਉਹ amount. ਚਾਹਣ If they want, ਉਹ ਜੇ ਅੰਦਰ ਸਹੀ ਮੈਨੇ ਪਵਿੱਤਰ ਆਤਮਾ ਦਾ ਕਾਰਜ ਹੋਵੇ and if there is a true ਉਹ spirit, ਕਹਿਣਗੇ ਤੁਸੀਂ ਫਿਕਰ ਨਾ ਕਰੋ ਦੂਜੇ ਚਰਚਾਂ ਨੂੰ ਕਹਿਣਗੇ they will tell other churches, do ਮੈਂ not ਬਾਈਬਲ ਦੀ worry. ਗੱਲ ਕਰ ਰਿਹਾ I am telling from ਇਦਾਂ Bible. ਹੋਇਆ ਬਾਈਬਲ ਵਿੱਚ That's how it says. ਜੇ ਬਹੁਤਾ ਰੁਪਈਆ ਚਰਚ ਆਇਆ ਜੇ ਉਹਨਾਂ ਚਰਚਾਂ 'ਚ ਬਹੁਤ ਰੁਪਈਆ ਆ ਰਿਹਾ And if those churches have got good ਉਹਨਾਂ ਨੂੰ ਕੀ ਕਰਨਾ grants, ਚਾਹੀਦਾ ਹੈ what should they do? ਦੂਜੇ ਚਰਚ ਨੂੰ ਹੈਲਪ ਕਰਨੀ ਚਾਹੀਦੀ They should help other ਕਿਉਂ? churches. Why? ਉਹਨੂੰ ਕਹੋ ਤੁਹਾਡੇ ਲਈ ਤੁਹਾਡੀ ਜਗ੍ਹਾ ਨਹੀਂ ਨਾ Because you don't have ਤੁਸੀਂ ਦੱਸੋ space. ਤੁਹਾਡੇ ਇਲਾਕੇ 'ਚ ਕਿੱਥੇ ਮੈਂ ਜਗ੍ਹਾ ਲੈ ਕੇ ਦਵਾਂ ਤੁਹਾਨੂੰ 20-25 ਮਰਦ ਦਾ ਪਲਾਟ And now you tell me, where can I find place for you? ਉਹਦਾ ਅਸੀਂ ਕਹਿੰਦੇ ਅਸੀਂ ਆਤਮਾ 'ਚ ਚੱਲਦੇ ਹਾਂ As such we say we are, ਕਦੀ ਪੁੱਤਰ ਆਤਮਾ ਨਹੀਂ ਦੱਸਿਆ ਕਿ ਤੇਰੇ ਭਰਾ ਦੀ ਪਵਿੱਤਰ ਆਤਮਾ ਪਾਹੇ ਬੰਦੇ ਦੀ ਜਿਹੜਾ ਮਰ ਗਿਆ ਡੈਥ ਉਹਦੀ ਬੇਦਬੀ ਹੋਈ ਉਹਦੀ ਲਾਸ਼ ਦੀ and the Spirit of God doesn't tell ਇਹ that ਕਦੀ person. ਪੁੱਤਰ ਆਤਮਾ ਨਹੀਂ ਦੱਸਦਾ ਜਿਹੜਾ ਨਬੀ ਹੈ And this person, who's ਨਬੀਆਂ ਨੂੰ ਕਦੀ ਇਹ ਨਹੀਂ ਦੱਸਦਾ and prophet never says like that. ਕਿੰਨੇ ਜਗ੍ਹਾ ਖਾਲੀ ਹਨ ਉਹਨਾਂ ਦੇ ਚਰਚ ਵਿੱਚ 20 ਲੱਖ ਰੁਪਏ ਇਕੱਠਾ ਕਰਨਾ ਨਾਰਮਲ ਗੱਲ ਹੈ And there are many churches they ਭਾਵੇਂ can, ਉਹ ਬਿਗ ਚਰਚ 10 ਕਬਰਸਤਾਨ ਇੱਕ ਇਸ ਜਗ੍ਹਾ ਤੇ ਖਰੀਦ ਕੇ ਦੇ ਸਕਦੇ ਹਨ and those big churches can get like 10 cremation ਪਰ grounds. ਨੋਟ ਕਰੋ ਉਹ ਨਹੀਂ ਦੇਣਗੇ But you remember they will never do though. ਕਿਉਂ Why? ਉਹ ਤੁਹਾਨੂੰ ਆਪਣਾ ਅੰਗ ਨਹੀਂ ਸਮਝਦੇ Because they do not find any relationship with you. ਬਾਈਬਲ ਤਾਂ ਕਹਿੰਦੀ ਹੈ This is what Bible says. ਮੈਨੂੰ ਕਿਸੇ ਨੇ ਇੱਕ ਦਿਨ ਪੁੱਛਿਆ Somebody asked me one day, ਇੱਕ ਪ੍ਰੋਗਰਾਮ ਸੀ there was a program ਉਹਨਾਂ ਨੇ ਇੱਕ ਕੋਰਟ ਦੀ ਕਚਹਿਰੀ ਦੇ ਸਾਹਮਣੇ ਇੱਕ ਧਰਨਾ ਧਰਿਆ and there was a dharna going on before. ਇਹ ਪੁਰਾਣੀ ਗੱਲ ਦੱਸ ਰਿਹਾ ਤੁਹਾਨੂੰ ਮੈਂ ਬਹੁਤ ਪੁਰਾਣੀ ਗੱਲ ਆ It's a very, very old thing. ਮੈਨੂੰ ਇੱਕ ਪਾਸਟਰ ਜੀ ਨੇ ਪੁੱਛਿਆ Pastor Ji asked me, ਤੁਹਾਡੇ ਲੋਕ ਕਿੱਥੇ ਨੇ where are your people? ਤੁਹਾਡੇ ਲੋਕ ਕਿੱਥੇ ਕਿੰਨੇ ਆਏ ਨੇ How many from your church have come? ਤੁਸੀਂ ਹੁਣ ਪੁੱਛੋਗੇ ਮੈਂ ਕੀ ਜਵਾਬ ਦਊਂਗਾ And now you might ask, what would I ਜਿਹੜੇ ਉਹ ਲੋਕ answer? ਬੈਠੇ ਸੀ ਨਾ ਉੱਥੇ The people who were sitting, ਮੈਂ ਕਿਹਾ ਸਾਡੇ ਲੋਕ ਆ I said, these are my people. ਇਹ ਜਿਹੜੇ ਤੁਸੀਂ ਇਹ ਲਫ਼ਜ਼ ਵਰਤੋ ਇਹ ਵੀ ਸਾਡੇ ਆ And then when you say these are ਇਹ also ਯਿਸੂ mine, ਨੂੰ ਨਹੀਂ ਮੰਨਦੇ ਮੈਂ ਕਿਹਾ ਮੰਨਦੇ I ਮੈਂ ਕਿਹਾ asked, ਜਿਹੜਾ ਤੇਰਾ ਚਰਚ ਆ ਉਹ ਮੇਰਾ ਚਰਚ ਆ I said, the church that belongs to you ਜਿਹੜਾ- belongs to me. ਜੇ ਤੁਸੀਂ ਇਹ ਕਹਿੰਦੇ ਹੋ ਕਿ ਜਿਹੜਾ ਤਿਸ ਖੁਦਾ ਨੂੰ ਤੁਸੀਂ ਮੰਨਦੇ ਮੈਂ ਵੀ ਉਸ ਖੁਦਾ ਨੂੰ ਮੰਨਦੀ ਝੂਠ ਕਿਉਂ ਬੋਲਦੀ ਤੂੰ ਜੇ ਤੂੰ ਵੀ ਚਰਚ ਜਾਣੀ ਮੈਂ ਵੀ ਜਾਣੀ ਇਹ ਕਿਉਂ ਨਹੀਂ ਕਰੇ ਜਿਹੜਾ ਤੇਰਾ ਚਰਚ ਆ ਉਹ ਮੇਰਾ ਕੀ ਹੈ ਮੈਂ ਕਿਹਾ ਮੇਰੇ ਲੋਕ ਆ ਇਹ ਮੇਰੇ ਨਹੀਂ ਉਹ ਜਿਹੜੀ ਭੈਣ ਜੀ ਬੈਠੀ ਮੈਂ ਕਿਹਾ ਇਹ ਵੀ ਸਾਡੀ ਆ ਉਹ ਜਿਹੜਾ ਭਰਾ ਬੈਠਾ ਵੀ ਸਾਡਾ ਆ ਉਹਨੂੰ ਜਵਾਬ ਹੀ ਨਾ ਮੈਂ ਕੀ ਕਵਾਂ ਬਸ ਤੁਹਾਡੇ 'ਚ ਮੈਂ ਕਿਹਾ ਇਹੀ ਇੱਕ ਸਿਸਟਮ ਆ ਤੁਹਾਡੇ 'ਚ ਆਪਣਾਪਨ ਆਇਆ ਹੀ ਨਹੀਂ ਹਜੇ ਤੱਕ ਮੈਂ ਦੱਸਣਾ ਚਾਹੁੰਦਾ ਜਿਹੜੇ ਬਿਗ ਚਰਚ ਹੈ 20-30 ਕਬਰਸਤਾਨ ਖਰੀਦ ਕੇ ਦੇ ਸਕਦੇ ਆ I want to tell you, the big churches can help us to buy ਬੋਲੋ 20 ਦੇ to ਸਕਦੇ ਕਿ 30. ਨਹੀਂ ਦੇ ਸਕਦੇ Can they help us or ਪਰ not? ਉਹਨਾਂ ਨੂੰ ਪੁੱਤਰ ਆਤਮਾ ਕਦੀ ਨਹੀਂ ਕਹਿੰਦਾ But Holy Spirit never tells them. ਮੈਂ ਕਹਿੰਦਾ ਮੈਨੂੰ ਕਹਿੰਦਾ I said, God, Spirit tells ਮੈਨੂੰ me. ਮੈਨੂੰ ਕਹਿੰਦਾ ਪੁੱਤਰ ਆਤਮਾ Holy Spirit tells me this. ਮੈਂ ਦੱਸਣਾ ਚਾਹੁੰਦਾ I want to tell you, ਇਹ ਕਬਰਸਤਾਨ ਦੇਖਿਆ ਹੈ there is we have seen a cremation ਉਹ ground. 80 ਮਰਲੇ ਦਾ ਪਲਾਟ ਆ It's almost 80 marla. ਉਹ ਮੇਰਾ ਖਿਆਲ ਆ ਕਿ ਉਹ 70 ਲੱਖ ਕਹਿੰਦੇ ਨੇ They are saying 70 lakhs for that ਉਹ 70 land. ਲੱਖ ਕਹਿੰਦੇ ਅਸੀਂ ਤੁਹਾਨੂੰ ਦੇ ਦਿੰਦੇ They say in 70 lakhs they'll give us that ਅਸੀਂ land. ਉਹਨੂੰ ਥੱਲੇ ਲੈ ਕੇ ਆਂਦਾ ਹੈ We have dropped it a little ਸ਼ਾਇਦ bit. ਉਹ ਗੱਲ 60 ਤੱਕ ਮੁੱਕ ਜਾਵੇ Maybe we'll end up by paying 60 lakhs. ਉਹ ਜਿਹੜੀ ਪ੍ਰੋਬਲਮ ਆ ਕੱਲੀ ਤੁਹਾਡੇ ਚਰਚ ਦੀ ਨਹੀਂ And they say it's not a problem of your ਮੈਂ church. ਦੇਖਿਆ ਕਿ ਇੱਕ ਵਿਅਕਤੀ ਨੇ ਪਾਸਟਰ ਮੀਟਿੰਗ 'ਚ ਇੱਕ ਵਾਰੀ ਗੱਲ ਕੀਤੀ ਕਿ ਇੱਕ ਜਵਾਨ ਲੜਕੇ ਨੇ ਉਹ ਮੈਨੂੰ ਬਹੁਤ ਮੇਰੇ ਦਿਲ ਨੂੰ ਛੂ ਲਿਆ ਗੱਲ ਕੋਈ ਬਜ਼ੁਰਗ ਮਾਤਾ ਦੀ ਡੈਥ ਹੋ ਗਈ ਵਿਸ਼ਵਾਸੀ ਦੀ A believer, old lady died, and a young person said something, that thing that ਉਹਨੇ ਬਥੇਰੀ ਜਗ੍ਹਾ ਨੂੰ ਦਫਨਾਉਣ ਦੀ ਕੋਸ਼ਿਸ਼ ਕੀਤੀ
And she was taken to many places to be buried, ਉਹਨੂੰ ਕਿੱਥੇ ਦਫਨਾ ਨਹੀਂ ਦਿੱਤਾ ਗਿਆ। but they were not allowed. ਪਤਾ ਕੀ ਹੋਇਆ? Do you know what happened? ਉਹਨੇ ਮੈਨੂੰ ਗੱਲ ਕਹੀ, And that person tell me. ਕਹਿੰਦਾ ਪਾਰੀ ਸਾਹਿਬ ਫਿਰ ਮੈਂ ਇੱਕ ਜਗ੍ਹਾ ਸੀ ਉੱਥੇ ਕੂੜਾ ਸਿੱਟਦੇ ਸੀ, And there was a ਮੈਂ place ਉਹ ਜਗ੍ਹਾ ਨੂੰ ਪਟਵਾਇਆ, that became a dumping ਮੈਂ yard. ਉਸ ਕੂੜੇ ਥੱਲੇ ਦੱਬੀ। And he said, below that garbage, I buried that lady. ਇਹ ਸਭ ਨੇ ਸੁਣੀ ਗੱਲ, Everybody heard it, ਪਰ ਮਨ 'ਚ ਨਹੀਂ ਕਦੀ ਆਇਆ। but it never touched their heart. ਮੈਂ ਦੱਸਣਾ ਚਾਹੁੰਦਾ ਤੁਹਾਨੂੰ, I want to tell you, ਇੱਕ ਇਮਾਨਦਾਰ ਵਿਸ਼ਵਾਸੀ ਦੀ ਖੁਦਾ ਪ੍ਰਸਤ ਦੀ ਜਗ੍ਹਾ ਕਿੱਥੇ ਹੈ? ਕੂੜੇ ਵਿੱਚ। now a believer brother or sister, ਬਾਈਬਲ ਨੂੰ ਪੜ੍ਹ ਕੇ ਦੇਖੀਏ, do you think they should be buried under ਬਾਈਬਲ ਨੂੰ garbage? ਪੜ੍ਹੋਗੇ ਜਿਹੜੇ ਲੋਕ ਦਫਨਾਏ ਗਏ ਉਹਨੂੰ ਕਿੰਨਾ ਆਦਰ ਦਿੱਤਾ ਗਿਆ। And if you read Bible, it will tell you how much respect the people who ਤੁਸੀਂ were buried ਇੰਗਲੈਂਡ given. ਜਾਓਗੇ ਨਾ, If you go to England, ਕੈਨੇਡਾ ਜਾਓਗੇ, if you go to Canada, ਅਮਰੀਕਾ ਜਾਓਗੇ, if you go to America, ਜੇ ਲੋਕ ਕਿਸੇ ਲਾਸ਼ ਨੂੰ ਲੈ ਕੇ ਜਾਂਦੇ ਨਾ, when they take the body, ਪਤਾ ਕਿੱਦਾਂ ਲੈ ਕੇ ਜਾਂਦੇ? do you know how do they take? ਮੈਂ ਉਹਨਾਂ ਦੀਆਂ ਕਿੰਨੀਆਂ ਫੋਟੋਆਂ ਦੇਖੀਆਂ, I've seen their photos, ਕੈਨੇਡਾ 'ਚ ਵੀ ਦੇਖਿਆ, even in Canada. ਜਿਹੜੇ ਨਾਲ ਜਾਂਦੇ ਹਨ The people who accompany the ਕੋਟ body, ਪੈਂਟ ਪਾ ਕੇ ਟਾਈ ਲਾ ਕੇ ਉਹਨੂੰ ਛੱਡਣ ਜਾਂਦੇ ਹਨ। ਆਖਰੀ ਕਹਿੰਦੇ ਟਾਈਮ ਆ, ਇਹਨੂੰ ਬਹੁਤ ਮਤਲਬ ਕਿ ਉਹਨੂੰ ਇੰਨੇ ਅੱਛੇ ਤਰੀਕੇ ਨਾਲ ਲੈ ਕੇ ਜਾਂਦੇ ਆ, ਇੰਨੇ ਰਿਸਪੈਕਟ ਨਾਲ ਲੈ ਕੇ ਜਾਂਦੇ ਆ ਨਾ ਕਿ ਜੇ ਕਦੀ ਵਿਆਹ 'ਚ ਵੀ ਆਦਮੀ ਇਦਾਂ ਨਹੀਂ ਜਾਂਦੇ ਜਿੱਦਾਂ ਉਹਨੂੰ ਆਦਰ ਨਾਲ ਲੈ ਕੇ ਜਾਂਦੇ। and the last rite of the person, they do it so respectfully with all get ready in their beautiful suits. ਲਾਸਟ ਟਾਈਮ ਵੀ ਉਹਦਾ ਬੜਾ ਰਿਸਪੈਕਟ ਦਿੰਦੇ ਆ। And the last time they really pay honor to that person. ਤੇ ਜਿਹੜੇ ਲੋਕ ਵਗੈਰਾ ਜਿਹੜੇ ਜਾਣਦੇ ਆ ਸੈਨਿਕ ਉਹ ਆਉਂਦੇ ਜਾਂਦੇ ਉਹਨੂੰ ਪਤਾ ਕੀ ਕਰਦੇ ਆ? ਉਹਨੂੰ ਸਲੂਟ ਕਰਦੇ ਆ, ਆਖਰੀ ਸਲੂਟ ਕਰਦੇ ਉਹਨੂੰ। ਤੇ ਜੇ ਕਿਤੇ ਮਿਲਟਰੀ ਖੜੀ ਹੋਵੇ ਉਹ ਜ਼ਰੂਰ ਗਨ ਲੈ ਕੇ ਜ਼ਰੂਰ ਲੈ ਕੇ ਜੋ ਉਹਦੇ ਪੈਰ ਮਾਰ ਕੇ ਉਹਨੂੰ ਕੀ ਕਰੇਗਾ? ਸਲੂਟ, ਰਿਸਪੈਕਟ ਕਰਦੇ, ਰਿਸਪੈਕਟ। Even the soldier of the army, if they see such a scene, they ਪਰ pay honor. ਉਸ ਵਿਸ਼ਵਾਸੀ ਭੈਣ ਨੂੰ ਕਿੰਨੇ ਰਿਸਪੈਕਟ ਦਿੱਤੀ? ਉਹਦੀ ਜਗ੍ਹਾ ਕਿੱਥੇ ਸੀ? But where was the place for that old lady? ਇੱਕ ਕੂੜੇਦਾਨ ਦੇ ਵਿੱਚ। She was buried under a garbage. ਇਹਦੇ ਦੀ ਮੈਂ ਤੁਹਾਨੂੰ ਕਿੰਨੀਆਂ ਗੱਲਾਂ ਦੱਸ ਸਕਦਾ ਹਾਂ। I can tell you many things like ਇੱਕ that. ਪਾਸਟਰ ਦੀ ਕੋਈ ਡੈਥ ਹੋਈ, Once a pastor died, ਉਹਨੂੰ ਉਹਦੇ ਇਲਾਕੇ 'ਚ ਜਗ੍ਹਾ ਨਹੀਂ ਦਿੱਤੀ। he wasn't given place in his ਇਸ own ਗੱਲ ਨੂੰ area. ਸਾਲ ਡੇਢ ਸਾਲ ਹੋਇਆ, It's been just 1.5 ਉਹਨੂੰ years. ਕਿਤੇ ਉਹਦੇ ਇਲਾਕੇ ਤੋਂ ਬਾਹਰ ਜਾ ਕੇ ਉਹਨਾਂ ਨੇ ਦਫਨਾਇਆ। He was buried outside his area. ਇਹ ਕਾਰਨ ਕੀ ਹੈ? ਇਹਦਾ ਕਾਰਨ What's the reason behind this? ਪਾਸਟਰ ਕੋ ਵੀ ਪੈਸੇ ਸੀ। Pastor did have money. ਇਹ ਪੈਸੇ ਕਾਹਦੇ ਲਈ ਖੁਦਾ ਦਿੰਦਾ ਸਾਨੂੰ? Now why does pastor give us ਪੈਸੇ money? ਚਰਚਾ 'ਚ ਕਿਉਂ ਪਰਮੇਸ਼ਰ ਦਿੰਦਾ ਹੈ? Why does God give ਤੁਸੀਂ us ਕੱਲ੍ਹ ਹੀ money? ਪੈਸੇ ਦਿੰਦੇ ਹੋ For what you give ਕਿ money? ਖੁਦਾ ਦੇ ਕੰਮ ਨੂੰ ਅੱਗੇ ਲੈ ਕੇ ਜਾਣਾ। So that you may advance the ਇਹ kingdom ਆਫਰਿੰਗ of ਇਸ God. ਕਰਕੇ ਆਂਦੀ ਕਿ ਪਰਮੇਸ਼ਰ ਦੇ ਕੰਮ ਨੂੰ ਅੱਗੇ ਲੈ ਕੇ ਜਾਣਾ। Bible says that we should ਟਾਈਥ ਇਸ advance. ਕਰਕੇ ਦਿੰਦਾ ਕਿ ਪਰਮੇਸ਼ਰ ਦੇ ਕੰਮ ਨੂੰ ਅੱਗੇ ਲੈ ਕੇ ਜਾਣਾ। Tithe is given so the work of God ਉਹ be ਪਾਦਰੀ done. ਦੇ ਇੰਜੋਏ ਲਈ ਨਹੀਂ ਹੈ, ਐਸ਼ ਪ੍ਰਸਤੀ ਲਈ ਨਹੀਂ ਹੈ, And it's not for the leisure of the pastor. ਪਰ ਸਿਸਟਮ ਖਰਾਬ ਹੋ ਗਿਆ। But the system is corrupted. ਮੈਨੂੰ ਉਸ ਪਾਸਟਰ ਨੂੰ ਜਿਹੜੇ ਜਗ੍ਹਾ ਨਹੀਂ ਦਿੱਤੀ ਕਿਤੇ, Had the pastor had taken some place, ਮੈਂ ਸਭ ਕੁਝ ਦੇਖਿਆ ਪਰ ਮੈਨੂੰ ਦੁੱਖ ਹੋਇਆ। I felt sorrow about it. ਬਾਈਬਲ 'ਚ ਲਿਖਿਆ, The Bible says, ਇੱਕ ਹਵਾਲਾ ਲਿਖਿਆ, there is one ਕਹਿੰਦਾ reference. ਮੈਂ ਦੇਖਿਆ ਤੇ ਦਿਲ ਤੇ ਲਿਆਇਆ। He said, I saw and I took it on my heart. ਮੈਂ ਤੁਹਾਨੂੰ ਦੱਸਣਾ ਚਾਹੁੰਦਾ I want to tell ਇਹ you, ਪ੍ਰੋਬਲਮ it's a problem. ਕਿੰਨੇ ਲੋਕਾਂ ਨੂੰ ਜਲਾ ਦਿੱਤਾ ਜਾਂਦਾ Many people are burnt. ਬਾਈਬਲ ਤੋਂ ਬਾਹਰ। Be- ਬਾਈਬਲ ਤੋਂ ਬਾਹਰ ਉਹਨੂੰ ਜਲਾਇਆ ਜਾਂਦਾ। outside Bible, they ਫਿਰ are. ਉਹਦਾ ਜਨਾਜ਼ਾ ਕੌਣ ਪੜਦਾ? And then who reads the last ਮੰਤਰਾਂ ਦੇ rite? ਨਾਲ। And they read ਪਵਿੱਤਰ ਆਤਮਾ ਪਾਇਆ ਹੋਇਆ ਵਿਅਕਤੀ the person who has received Holy ਉਹ Spirit. ਬੁਲਾ ਕੇ ਉਹਨੂੰ ਕਿਸੇ ਨੂੰ ਬੁਲਾ ਕੇ ਜਿੱਦਾਂ ਜਿਹਨੂੰ ਵੀ ਬੁਲਾ ਕੇ ਉਹਨੂੰ ਫਿਰ ਉਹਨੂੰ ਮੰਤਰਾਂ ਦੇ ਨਾਲ ਉਹਨੂੰ ਜਲਾਇਆ ਜਾਂਦਾ, ਚਾਹੇ ਜੋ ਵੀ ਐਨਵੇ ਕੀਤਾ ਜਾਂਦਾ। ਉਹ ਪਰਮੇਸ਼ਰ ਦੇ ਵਚਨ ਤੋਂ ਜਿਹੜਾ ਇੰਨਾ ਪਾਕ ਰੂਹ ਨਾਲ ਚੱਲਣ ਵਾਲਾ ਵਿਅਕਤੀ ਉਹ ਸਾਰਾ ਸਿਸਟਮ ਤੋਂ ਬਾਹਰ ਹੋ ਜਾਂਦਾ। ਇਸ ਸਿਸਟਮ ਤੋਂ ਸਾਰੀਆਂ ਬਾਹਰ ਗੱਲਾਂ ਹਨ। Now these are the things that are out of system. ਇੱਕ ਪੰਨੇ ਤਾਂ ਅਸੀਂ ਗੱਲ ਕਰਨੀ ਹੈ One side we say this, ਕਿ ਅਸੀਂ ਕਲਾਮ ਦੇ ਮੁਤਾਬਕ ਚੱਲਣਾ, that we'll walk according to the word of God. ਤੇ ਫਿਰ ਮੌਤ ਦੇ ਵੇਲੇ ਕਲਾਮ ਦੇ ਮੁਤਾਬਕ ਕਿਉਂ ਨਹੀਂ? Then why not at the time of your death? ਇੱਥੇ ਆ According, ਕੇ तमाम ਚਰਚ ਡਾਊਨ ਆ। this is where all the churches get ਦੁਨੀਆ ਭਰ down. ਦੇ ਖਾਸ ਕਰਕੇ ਇੰਡੀਅਨ ਚਰਚ ਸਾਰੇ ਥੱਲੇ ਲੱਗੇ ਹੋਏ। In fact, all the churches in India, they're all down. ਮੈਂ ਸ਼ਾਇਦ ਬਠਿੰਡੇ ਦੀ ਇੱਕ ਵਾਰੀ ਗੱਲ ਸੁਣੀ, I heard once from ਉਹਨੂੰ Bathinda, ਜਗ੍ਹਾ ਨਹੀਂ ਦਿੱਤੀ ਕਿਸੇ ਨੂੰ ਦਫਨਾਉਣ ਵਾਸਤੇ। and that lady didn't find any ਸੁਣਿਆ place. ਆ, I heard. ਦੇਖਿਆ ਨਹੀਂ। I haven't seen. ਉਹਨੇ ਆਪਣੇ ਘਰ 'ਚ ਜਗ੍ਹਾ ਪੜ ਕੇ ਉਹਨੂੰ ਦਫਨਾਇਆ। And then he find a place on her in her own house. ਹੁਣ ਤੁਸੀਂ ਇਹਨੂੰ ਕੀ ਕਹੋਗੇ? What will you say to this? ਉੱਥੇ ਕਹਿਣਗੇ ਸਾਡੇ ਤੇ ਬਠਿੰਡੇ 'ਚ ਅਸੀਂ 70-80 ਪਾਦਰੀ ਹਾਂ। And they may say there are 70 to 80 ਜੇ pastors in, 70-80 ਪਾਦਰੀ 1,000 ਰੁਪਇਆ ਵੀ ਦੇਣ ਮਹੀਨੇ ਦਾ, and even each pastor pays, ਅਸੀਂ ਇੱਕ ਅੱਛਾ ਪਲਾਟ ਖਰੀਦ ਸਕਦੇ। if they pay 1,000 rupee every month, ਪਰ they can. ਇਧਰਲੇ ਪਨੇ ਮਾਈਂਡ ਨਹੀਂ ਆ ਰਿਹਾ, ਇਧਰਲੇ ਪਨੇ ਦਿਮਾਗ ਕੰਮ ਨਹੀਂ ਕਰ ਰਿਹਾ। But this side of our mind doesn't ਇਹ work. ਸਭ ਤੋਂ ਵੱਡੀ
ਕਮਜ਼ੋਰੀ ਆ ਚਰਚ ਦੀ, Now, this is a weakness of our ਪਾਸਟਰਾਂ ਦੀ church. ਕਮਜ਼ੋਰੀ। This is the biggest weakness of ਬਾਈਬਲ ਦੇ pastor. ਹਵਾਲੇ ਦੇਣੇ ਬਹੁਤ ਅੱਛੀ ਗੱਲ ਆ, It is good to give ਪ੍ਰੀਚ references. ਕਰਨਾ ਵੀ ਅੱਛੇ ਤੋਂ ਅੱਛਾ ਕਰ ਲੈਂਦੇ ਆ, It's very good when they ਪਰ preach. ਪ੍ਰੈਕਟੀਕਲ ਕੌਣ ਦਿਖਾਏਗਾ? But when it comes to practical, they ਇਹ don't. ਇੱਕ ਪ੍ਰੋਬਲਮ ਆ ਰਹੀ ਹੈ। There's a problem that's ਹੁਣ coming. ਮੈਂ ਦੱਸਣਾ ਚਾਹੁੰਦਾ, And I want to tell you, ਇੱਕ ਸਾਡੇ ਕੋਲ ਇਦਾਂ ਦਾ ਚਰਚ ਆ, we have a church ਉਹ like that. ਪੈਸੇ ਲੈਂਦੇ ਆ 6000 ਰੁਪਏ They give like 1,000 rupees ਦਫਨਾਉਣ ਦਾ, to bury. 6000 ਰੁਪਏ ਲੈਂਦੇ ਆ। And they do ਫਿਰ ਜਦੋਂ discipleship. ਤੁਸੀਂ ਬਕਸਾ ਬਣਾਓਗੇ, ਜਿਹੜਾ ਬਕਸਾ ਬਣਾਈਦਾ ਉੱਤੇ ਉਹਨੂੰ ਬਾਕਸ ਕਹਿੰਦੇ ਹਨ, And the coffin box that they ਹਾਂ make. ਕੌਣ ਬਾਕਸ, ਉਹਨੂੰ ਉਹ ਵੀ ਤੁਹਾਨੂੰ 3500 4000 ਦਾ ਮਿਲੇਗਾ, And that also you can buy just in ਉਹ 3. 10000 ਰੁਪਏ ਫਿਨਿਸ਼ ਹੋ ਜਾਏ, 10000 ਰੁਪਏ ਗਿਆ And then 10,000 is gone ਇੱਕ ਬੰਦਾ ਦਬਨ। just to bury one person. ਕਿਸੇ ਨੂੰ ਮੈਂ ਦਫਨਾਇਆ, I buried someone ਉਹਨਾਂ ਨੇ ਮੈਨੂੰ ਕਿਹਾ ਭਾਜੀ ਸ਼ਿੰਦਰਪਾਲ ਨੂੰ ਮੈਂ 10000 ਰੁਪਏ ਦਿੱਤਾ, and I gave 10,000 to Brother ਉਹਨੇ Shindapal. ਕਬਰਸਤਾਨ 'ਚ ਜਗ੍ਹਾ ਮਿਲੀ, They find space in the, 500 ਰੁਪਇਆ ਪੱਟਣ ਵਾਲਿਆਂ ਨੂੰ ਦਿੱਤਾ 4 ਮੈਂਬਰਾਂ ਨੂੰ, and they gave 500 rupees to the people who 3000 died. ਦਾ ਮੈਂ ਬਕਸਾ ਖਰੀਦ ਕੇ ਦਿੱਤਾ, And for 1,000 rupees, I bought a coffin for them. ਬਹੁਤ ਮਹਿੰਗਾ ਪਿਆ। It was very expensive. ਮੰਨ ਲਓ ਜੇ ਤੁਸੀਂ ਸਾਰਿਆਂ ਦੇ ਮੈਨੂੰ ਬਕਸੇ ਬਣਾਉਣੇ ਪੈਣ, You just imagine if I have to make boxes for all of you, ਤੁਹਾਡੇ ਸਾਰਿਆਂ ਦੇ ਮੈਨੂੰ ਕਬਰਸਤਾਨ ਲਈ ਮੈਨੂੰ 5-5000 ਰੁਪਏ ਇੱਕ ਵੱਖਰਾ ਦੇਣਾ ਪਵੇ, and then I have to pay 5,000 for each one of ਤੁਸੀਂ you. ਘੱਟ ਤੋਂ ਘੱਟ 400 ਬੰਦਾ ਬੈਠਾ ਹੋਣਾ ਮੇਰੇ ਸਾਹਮਣੇ, 350 400 ਨਾ, And from 350 to 400 people are ਤੁਸੀਂ sitting. 10000 with me. ਅਕਾਊਂਟ ਕਰੋ ਇੱਕ ਬੰਦੇ ਦਾ, And you just count 10,000 rupees for each person. ਕਿੰਨੇ ਬਣ ਗਏ? How much will it be? ਬੋਲੋ ਕਿੰਨੇ ਬਣ ਗਏ? How much will it be? ਇੰਨਾ ਰੁਪਈਆ ਕਿੱਥੋਂ ਆਏਗਾ? Where would we get this much amount? ਮੁਸ਼ਕਲ ਹੈ, It's difficult. ਇਹਨੂੰ ਖਿਆਲ ਨਾਲ ਸੁਣੀਏ। Let's listen to it ਕਹਿੰਦੇ ਉਹ carefully. ਪੈਸੇ ਕਿਉਂ ਲੈਂਦੇ ਹਨ? They say why we take money. ਮੈਂ ਬਾਈਬਲ 'ਚ ਪੜਿਆ, I read it in Bible. ਬਾਈਬਲ ਦੇ ਮੁਤਾਬਕ According to Bible, ਉਹਨੇ it ਜਗ੍ਹਾ is, ਦਿੰਦੇ, they don't give ਉਹਨਾਂ space. ਦਾ ਆਪਣਾ ਪਲਾਟ ਆ, They have got their own ਉਹਨੇ ਆਪ place. ਪੈਸੇ ਖਰਚੇ ਆ, They have spent their money. ਉਹ ਪਾਪ ਨਹੀਂ ਹੈ, They don't do ਉਹ sin. ਪਾਪ ਨਹੀਂ ਹੈ। They don't do sin. ਬਾਈਬਲ ਦੀ ਗੱਲ ਅੱਜ ਮੈਂ ਤੁਹਾਨੂੰ ਇੱਥੇ ਮੈਂ ਤੁਹਾਨੂੰ ਪੜਾਉਣਾ ਚਾਹੁੰਦਾ, ਮੈਂ ਤੁਹਾਨੂੰ ਪਹਿਲੀ ਗੱਲ ਨਾ ਕਨਵੈਨਸ਼ਨ 'ਚ ਪ੍ਰੀਚ ਹੁੰਦਾ, I told ਨਾ you. ਚਰਚ 'ਚ ਪ੍ਰਚਾਰ ਕੀਤਾ ਜਾਂਦਾ, I told you it's not preached in ਨਾ convention in ਪਾਸਟਰ ਮੀਟਿੰਗ 'ਚ churches, ਪ੍ਰਚਾਰ ਕੀਤਾ ਜਾਂਦਾ। nor in pastor meetings. ਅੱਜ ਮੈਂ ਤੁਹਾਨੂੰ ਇਹ ਪ੍ਰਚਾਰ ਕਰਾਂ। Today I'm going to preach. ਚੈਪਟਰ ਦੀ ਪਹਿਲੀ ਹੈ, Genesis 21 verse 1 we'll ਦੇਖਿਏ read. ਕਿੰਨੀਆਂ ਅੱਛੀਆਂ ਗੱਲਾਂ ਲਿਖੀਆਂ ਇੱਥੇ, 23 ਚ ਹੈਗਾ ਲਿਖਿਆ। ਕਈ ਚੇ ਪੜੋ। ਹਾਂਜੀ। ਸਾਰਾ ਦੀ ਉਮਰ 187 ਵਰਿਆਂ ਦੀ ਹੋਈ। ਇਹ ਹਾਂਜੀ ਸਾਰਾ ਹਾਂਜੀ 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 ਹੁਣ ਪੜੀਏ। ਹਾਂ ਕਿੰਨੀ ਉਮਰ ਹੋਈ? 187 ਵਰਿਆਂ ਦੀ ਹੋਈ। ਜਿਹੜੀ ਸਾਰਾ ਅਬਰਾਹਮ ਦੀ ਵਾਈਫ ਉਹਦੀ ਉਮਰ ਕਿੰਨੀ ਹੋਈ? 127 ਵਰਿਆਂ ਦੀ। ਜੇ ਤੁਹਾਨੂੰ ਵੇਚਾ ਕਿ ਮੈਂ ਪਹਿਲੇ ਪੁੱਛਦਾ ਕਿ ਸਾਰਾ ਦੀ ਕਿੰਨੀ ਉਮਰ ਸੀ, 127। ਤੁਹਾਨੂੰ ਨਹੀਂ ਸੀ ਪਤਾ ਲੱਗਣਾ ਸਾਰਾ ਦੀ ਕਿੰਨੀ ਉਮਰ ਸੀ, ਕਿਉਂਕਿ ਤੁਹਾਨੂੰ ਤਾਂ ਆਪਣੀ ਨਹੀਂ ਪਤਾ ਤੇ ਅਗਲੇ ਦੀ ਕੀ ਪਤਾ ਹੋਣੀ। ਸੁਣੀਏ 127 ਵਰੇ ਦੀ ਸਾਰਾ ਸੀ। ਹਾਂ ਪੜੀਏ। ਇਹ ਸਾਰਾ ਦੀ ਉਮਰ ਦੇ ਵਰੇ ਸਨ। ਹਾਂ ਤਾਂ ਸਾਰਾ ਕਿਰਿਅਤ ਅਰਬਾ ਅਰਥਾਤ ਹਬਰੋਨ ਵਿੱਚ ਮਰ ਗਈ, ਜਿਹੜਾ ਕਨਾਨ ਦੇਸ਼ ਵਿੱਚ ਹੈ। ਹਾਂ ਅਤੇ ਅਬਰਾਹਾਮ ਸਾਰਾ ਦੀ ਮੁਕਾਣ ਦੇਣ ਲਈ ਅਰ ਰੋਣ ਲਈ ਆਇਆ। ਫਿਰ ਅਬਰਾਹਾਮ ਆਪਣੇ ਮੁਰਦੇ ਦੇ ਅੱਗਿਓਂ ਉੱਠ ਕੇ ਦੇਖੋ ਅਬਰਾਹਮ ਉਹਦਾ ਘਰ ਵਾਲਾ ਉਹਨੂੰ ਕੀ ਕਰਨ ਆਇਆ? ਮੁਕਾਣ ਦੇਣ। ਕੀ ਦੇਣ ਆਇਆ? ਮੁਕਾਣ ਦੇਣ ਆਇਆ। ਮਕਾਨ ਦੇਣ ਆਇਆ, ਮੁਕਾਨ ਹੈ ਨਾ, ਦਫਨਾ ਨੂੰ ਆਇਆ। ਔਰ ਫਿਰ ਅਬਰਾਹਾਮ ਆਪਣੇ ਮੁਰਦੇ ਦੇ ਅੱਗਿਓਂ ਉੱਠ ਕੇ ਹਾਂ ਹੇਤ ਦੇ ਪੁੱਤਰਾਂ ਨੂੰ ਬੋਲਿਆ, ਮੈਂ ਪਰਦੇਸੀ ਅਰ ਤੁਹਾਡੇ ਵਿੱਚ ਪ੍ਰਾਹੁਣਾ ਹਾਂ। ਤੁਸੀਂ ਆਪਣੇ ਵਿੱਚ ਇੱਕ ਕਬਰਿਸਤਾਨ ਮੇਰੀ ਮਿਲਕ ਕਰ ਦਿਓ, ਤਾਂ ਜੋ ਮੈਂ ਆਪਣਾ ਮੁਰਦਾ ਆਪਣੇ ਅੱਗੋਂ ਦੱਬ ਦਿਆਂ। ਇਹ ਕਿਹਦੇ ਸ਼ਹਿਰ ਵਿੱਚ ਆ? ਇਹਨੂੰ ਖਿਆਲ ਸੁਣੀ, ਆਪਣੇ ਸ਼ਹਿਰ 'ਚ ਨਹੀਂ ਹੈ। ਇਹ ਜ਼ਮੀਨ ਮੰਗ ਰਿਹਾ ਕਿਸੇ ਕੋ ਜਗ੍ਹਾ ਮੰਗ। And in English, verse 1, it says, Sarah lived to be 127 years old. She died at Kiriath Arba in the land of Canaan, and Abraham went to mourn for Sarah and to weep over her. Then Abraham rose from beside his dead wife and spoke to the Hittites. He said, I am a foreigner and stranger among you. ਇੱਥੇ ਹੁਣ ਧਿਆਨ ਨਾਲ ਸੁਣੀਏ, ਕਹਿੰਦਾ ਮੈਂ ਕੀ ਹਾਂ। ਫਿਰ ਅਬਰਾਹਮ ਨੇ ਆਪਣੇ ਮੁਰਦੇ ਦੇ ਅੱਗੇ ਉੱਠ ਕੇ ਹੋਤ ਦੇ ਪੁੱਤਰਾਂ ਨੂੰ ਬੋਲਿਆ, ਮੈਂ ਪਰਦੇਸੀ ਹਾਂ। He says, I am a foreigner ਔਰ ਤੁਹਾਡੇ ਵਿੱਚ ਪ੍ਰਾਹੁਣਾ ਹਾਂ। and stranger among you. ਇਹ ਗੱਲ ਕਹਿ ਰਿਹਾ, ਇਹਨੂੰ ਚਾਹੀਦੀ ਜਗ੍ਹਾ Now ਦਫਨਾਉਣ ਲਈ। he needs a burial ground. ਇਹ ਰਿਕੁਐਸਟ ਕਰ ਰਿਹਾ, ਬੇਨਤੀ ਕਰ ਰਿਹਾ। He is requesting. ਅੱਗੇ ਪੜ੍ਹੀ ਕੀ ਲਿਖਿਆ?
ਤੁਸੀਂ ਆਪਣੇ ਵਿੱਚ ਇੱਕ ਕਬਰਿਸਤਾਨ ਮੇਰੀ ਮਿਲਕ ਕਰ ਦਿਓ ਤਾਂ ਜੋ ਮੈਂ ਆਪਣਾ ਮੁਰਦਾ ਆਪਣੇ ਅੱਗੋਂ ਦੱਬ ਦਿਆਂ। ਮੈਨੂੰ ਕਬਰਸਤਾਨ ਦਿਓ ਤਾਂ ਕਿ ਮੈਂ ਆਪਣਾ ਮੁਰਦਾ ਦੱਬ ਦਿਆਂ। ਦੱਬ ਦੇਵਾਂ। ਹੇਤ ਦੇ ਪੁੱਤਰਾਂ ਨੇ ਅਬਰਾਹਾਮ ਨੂੰ ਉੱਤਰ ਦਿੱਤਾ, ਹਾਂ, ਪ੍ਰਭੂ ਜੀ ਸਾਡੀ ਸੁਣੋ, ਸਾਡੇ ਵਿੱਚ ਤੁਸੀਂ ਪਰਮੇਸ਼ਰ ਦੇ ਸਜਾਦੇ ਹੋ। ਆਪਣੇ ਮੁਰਦੇ ਨੂੰ ਸਾਡੀਆਂ ਕਬਰਾਂ ਵਿੱਚੋਂ ਸਭ ਤੋਂ ਚੰਗੀ ਕਬਰ ਵਿੱਚ ਦੱਬ ਦਿਓ। ਹਾਂ, ਤੁਹਾਡੇ ਮੁਰਦੇ ਨੂੰ ਦੱਬਣ ਲਈ ਸਾਡੇ ਵਿੱਚੋਂ ਕੋਈ ਵੀ ਆਪਣੀ ਕਬਰ ਤੋਂ ਹੱਥੋਂ ਨਹੀਂ ਰੋਕੇਗਾ। ਹਾਂ। ਤਾਂ ਅਬਰਾਹਾਮ ਉੱਠਿਆ ਔਰ ਉਹ ਉਸ ਦੇਸ਼ ਦੇ ਲੋਕਾਂ ਅਰਥਾਤ ਹੇਤ ਦੇ ਪੁੱਤਰਾਂ ਦੇ ਅੱਗੇ ਝੁਕਿਆ ਅਤੇ ਉਹਨਾਂ ਨੂੰ ਤੁਸੀਂ ਇਹ ਇਹਦੀ ਬੋਲਿਆ। ਖਾਸ ਗੱਲ ਦੇਖਦੇ ਪਏ ਹੋ? ਅਬਰਾਹਮ ਇੱਕ ਬਹੁਤ ਬੜਾ ਵਿਅਕਤੀ ਆ, ਖੁਦਾ ਦਾ ਜਾਨਾ, ਖੁਦਾ ਦਾ ਚੁਣਿਆ ਆਦਮੀ। ਔਰ ਅਬਰਾਹਮ ਅਮੀਰ ਵੀ ਬਹੁਤ ਸੀ, ਬਾਈਬਲ ਕਹਿੰਦੀ। ਔਰ ਕੌਣ ਚੁੱਕ ਸਕਦਾ ਹੈ ਅਮੀਰ ਆਦਮੀ ਕਿਸ ਸਮੇਂ? ਅਮੀਰ ਆਦਮੀ ਹੋਵੇ ਜਿਹੜਾ ਬਹੁਤ ਜ਼ਿਆਦਾ ਆਪਣੇ ਦੇਸ਼ 'ਚ ਵਧੀਆ ਮਸ਼ਹੂਰ ਵਿਅਕਤੀ ਹੋਵੇ, ਕਿੱਦਾਂ ਚੁੱਕ ਗਿਆ? ਇਹਨਾਂ ਨੰਬਰ ਆਦਮੀ ਕਿੰਨੀ ਨਰਮਾਈ ਨਾਲ ਕਹਿ ਰਿਹਾ। ਇਹਨੇ ਕੀ ਕੀਤਾ? ਇਹਦੇ ਤੁਹਾਨੂੰ ਖੂਬੀਆਂ ਦੱਸ ਰਿਹਾ ਪਰਮੇਸ਼ਰ ਕਿਹਨਾਂ ਲੋਕਾਂ ਨੂੰ ਉਠਾਉਂਦਾ। ਮੈਂ ਸੁਣਨਾ ਚਾਹੁੰਦਾ ਤੁਹਾਨੂੰ, ਬਹੁਤ ਵਾਰੀ ਇਹਦਾ ਸ਼ਬਦਾਂ 'ਚ ਸੁਣਿਆ, ਜਿਨ੍ਹਾਂ ਦੇ ਅੰਦਰ ਬਦਰੂਹਾਂ ਚਲੇ ਗਈਆਂ, ਵਿਸ਼ਵਾਸ ਅੰਦਰ ਉਹ ਛੱਡ ਕੇ ਗਏ। ਉਹ ਪਤਾ ਕੀ ਕਹਿੰਦੇ? ਤੈਨੂੰ ਲੇਬਰ ਕਲਚਰ 'ਚ ਤੈਨੂੰ ਕੀ ਲੱਭਾ? ਤੈਨੂੰ ਕੀ ਬਰਕਤ ਮਿਲੀ? ਇਹ ਖੁਦਾ ਦੇ ਅੰਗੇਸ ਚੱਲਦੇ ਪਏ ਨੇ ਲੋਕ, ਇਹਨਾਂ ਤੇ ਲਾਨਤ ਆਉਣ ਵਾਲੀ ਆ। ਤੈਨੂੰ ਕੀ ਮਿਲਿਆ? ਬਰਕਤ ਪਾਸਟਰ ਕੋ ਨਹੀਂ, ਬਰਕਤ ਆਕਾਸ਼ ਦੇ ਪਰਮੇਸ਼ਰ ਕੋ ਮਿਲਦੀ ਹੈ। ਇਹਨੂੰ ਯਾਦ ਰੱਖਿਓ। ਬਰਕਤ ਚੱਲਣਾ ਨਾ ਮਿਲੇਗੀ, ਬਰਕਤ ਕੱਲਾ ਸੁਣਨਾ ਨਹੀਂ ਮਿਲੇਗੀ, ਸੁਣ ਕੇ ਚੱਲਣ ਆਸ਼ੀਸ਼ ਬਾਲ ਚ ਲਿਖਿਆ। ਜੇ ਤੁਸੀਂ ਤੇ ਲਿਖਣਾ 28 ਦੇ 'ਚ, ਜੇ ਤੁਸੀਂ ਮੇਰੇ ਵਚਨ ਨੂੰ ਰੀਝ ਨਾ ਸੁਣੋ ਤੇ ਮੰਨੋ, ਯਹੋਵਾ ਤੇਰੇ ਰੋਟੀ ਪਾਣੀ ਤੇ ਕੀ ਦੇਗਾ? ਬਰਕਤ ਦੇਗਾ। ਇਹਦਾ ਲਿਖਣਾ ਚਾਹੀਦਾ ਕਿ ਅਬਰਾਹਮ ਵੱਲੋਂ ਬਰਕਤ ਆਏਗੀ। ਇਹਦਾ ਨਹੀਂ ਲਿਖਿਆ। ਅਬਰਾਹਮ ਚੱਲਿਆ। ਅਬਰਾਹਮ ਇਮਾਨਦਾਰਾਂ ਦਾ ਬਾਪ ਗਿਣਿਆ ਗਿਆ। ਇਮਾਨਦਾਰਾਂ ਦੇ ਵਿੱਚ ਹੁੰਦਾ ਸਾਰੀਆਂ ਆਸ਼ਾ ਖੁਦਾ ਨੇ ਦਿੱਤੀਆਂ ਇਹਨੂੰ, ਬਾਈਬਲ ਕਹਿੰਦੀ ਆ। ਪਰ ਤੁਸੀਂ ਦੇਖੀ ਇਹ ਅੱਜ ਵੀ ਬੜੇ ਠੰਡੇ ਸੁਭਾਅ ਦਾ ਵਿਅਕਤੀ ਹੈ, ਨਮਰ ਸੁਭਾਅ ਦਾ। ਇਹਦੇ ਸਵਾਲ ਦੇ ਕੀ ਹੈ? ਕਬਰਸਤਾਨ ਦੀ ਜਗ੍ਹਾ ਚਾਹੀਦੀ, ਕਿੰਨੀ ਨਰਮਤਾ ਨੇ। ਔਰ ਕੀ ਕਿਹਾ? ਤਾਂ ਅਬਰਾਹਾਮ ਉੱਠਿਆ ਔਰ ਉਹ ਉਸ ਦੇਸ਼ ਦੇ ਲੋਕਾਂ ਅਰਥਾਤ ਹੇਤ ਦੇ ਪੁੱਤਰਾਂ ਦੇ ਅੱਗੇ ਝੁਕਿਆ ਅਤੇ ਉਹਨਾਂ ਨੂੰ ਇਹ ਬੋਲਿਆ ਕਿ ਜੇ ਤੁਹਾਡੀ ਪੌਣੀ ਹੋਵੇ ਕਿ ਜਿਵੇਂ ਮੈਂ ਆਪਣੇ ਮੁਰਦੇ ਨੂੰ ਆਪਣੇ ਅੱਗੋਂ ਦੱਬ ਦੇਵਾਂ, ਤਾਂ ਮੇਰੀ ਗੱਲ ਸੁਣੋ ਔਰ ਸੋਹਰ ਦੇ ਪੁੱਤਰ ਅਫਰੋਨ ਦੇ ਅੱਗੇ ਮੇਰੀ ਸਿਫਾਰਿਸ਼ ਕਰੋ, ਔਰ ਤਾਂ ਜੋ ਉਹ ਮੈਨੂੰ ਮਕਫੇਲਾ ਦੀ ਗੁਫਾ ਦੇਵੇ ਜਿਹੜੀ ਉਸ ਦੀ ਹੈ ਔਰ ਉਸ ਦੇ ਖੇਤ ਦੇ ਬੰਨੇ ਨਾਲ ਹੈ। ਉਹ ਉਸ ਦਾ ਪੂਰਾ ਮੁੱਲ ਤੁਹਾਡੇ ਸਨਮੁਖ ਲੈ ਲਵੇ ਤਾਂ ਜੋ ਉਹ ਕਬਰਿਸਤਾਨ ਮੇਰੀ ਮਿਲਕ ਹੋਵੇ। ਹਾਂਜੀ, ਉਹਦੇ ਕੀ ਲੈ ਲਵੇ? ਉਹਦਾ ਮੁੱਲ ਲੈ ਲਵੇ ਨਾ। ਹਾਂਜੀ, ਉਹਦਾ ਕੀ ਲੈ ਲਵੇ? ਮੁੱਲ ਲੈ ਲਵੇ। ਇਹਦਾ ਮਤਲਬ ਅਬਰਾਹਮ ਨੇ ਸਾਰਾ ਨੂੰ ਦੱਬਿਆ, ਜਗ੍ਹਾ ਮੁੱਲ ਲੈ ਕੇ ਦੱਬੀ, ਮੁੱਲ ਲਿੱਤੀ ਉਹਨੇ ਜਗ੍ਹਾ, ਤੇ ਜਗ੍ਹਾ ਲੈ ਕੇ ਫਿਰ ਆਪਣੀ ਵਾਈਫ ਦਾ ਕੀ ਕੀਤਾ? ਵਧੀਆ ਤਰੀਕੇ ਨਾਲ ਇੰਤਜ਼ਾਮ ਕੀਤਾ। ਇਹੋ ਜਿਹੇ ਵਿਚਾਰ ਰੱਖੋ, ਅਬਰਾਹਮ ਵਰਗੇ ਅਸੀਂ ਜਗ੍ਹਾ ਮੁੱਲ ਲਵਾਂਗੇ, ਸਾਡਾ ਕੋਈ ਜੀ ਜਾਏਗਾ ਤੇ ਉਹਦਾ ਅੱਛੇ ਤਰੀਕੇ ਨਾਲ ਆਦਰ ਨਾਲ ਅਸੀਂ ਲੈ ਕੇ ਜਾਵਾਂਗੇ। ਪਰਮੇਸ਼ਰ ਤੁਹਾਨੂੰ ਕਿਤੇ ਮੌਕਾ ਦੇਵੇ, ਮੇਰੀ ਦਿਲੀ ਦੁਆ ਹੈ ਤੁਸੀਂ ਅਮਰੀਕਾ ਇੰਗਲੈਂਡ ਜਾਓ, ਦੇਖੋ ਕਿੰਨੇ ਆਦਰ ਨਾਲ ਉਸ ਮੁਰਦੇ ਨੂੰ ਲੈ ਕੇ ਜਾਂਦੇ, ਬਹੁਤ ਇੱਜ਼ਤ ਨਾਲ, ਬੜੀ ਰਿਸਪੈਕਟ ਦਿੰਦੇ ਹਨ, ਬਹੁਤ। ਹੁਣ ਸਾਡੇ ਇੰਡੀਆ 'ਚ ਕੋਈ ਕੰਮ ਤੋਂ ਆਇਆ, ਜੇ ਕੋਈ ਪਜਾਮੇ 'ਚ ਦੌੜ ਕੇ ਰਲ ਗਿਆ, ਜੇ ਕੋਈ ਘਰ 'ਚ ਦੌੜਿਆ ਘਰ 'ਚੋਂ ਦੌੜ ਕੇ ਰਲ ਗਿਆ, ਲਾਸ਼ ਨਾਲ ਲਾਸਟ ਟਾਈਮ ਹਾਂਜੀ ਕੋਈ ਕਿੱਦਾਂ ਦੌੜ ਕੇ ਰਲ ਗਿਆ, ਉਹ ਬੜੇ ਤਿਆਰ ਹੋ ਕੇ ਬਹੁਤ ਅੱਛੇ ਤਰੀਕੇ ਨਾਲ ਕੱਪੜੇ ਪਾ ਕੇ ਉਹਦੇ ਨਾਲ ਬੜੇ ਸੰਜੀਦਗੀ ਨਾਲ ਚੱਲਣਗੇ ਲਾ ਕੇ, ਔਰ ਪਤਾ ਕੀ ਨਾਲ ਜ਼ਬੂਰ ਭਜਨ ਗਾ ਕੇ ਉਸ ਮੁਰਦੇ ਨੂੰ ਲੈ ਕੇ ਜਾਣਗੇ, ਉਸ ਭਾਈ ਆਪਣੇ ਭੈਣ ਨੂੰ ਉੱਥੇ ਤੱਕ। ਹਾਂਜੀ, ਮਤਲਬ ਕਿੰਨੀ ਰਿਸਪੈਕਟ ਹੈ। ਮੈਂ ਚਾਹੁੰਦਾ ਕਿ ਕਦੀ ਸਾਡੇ ਇੱਥੇ ਵੀ ਇੱਦਾਂ ਦੀ ਹੋਵੇ, ਸਾਡੇ ਕੋਲ ਆਪਣਾ ਕਬਰਸਤਾਨ ਹੋਵੇ, ਤੇ ਜੇ ਕੋਈ ਸਾਡੇ 'ਚੋਂ ਕੂਚ ਕਰ ਜਾਏ ਤੇ ਪਤਾ ਲੱਗ ਜਾਏ ਕਿ ਕ੍ਰਿਸਚਨ ਲੋਕ ਜਨਾਜ਼ਾ ਕਿਵੇਂ ਲੈ ਕੇ ਜਾਂਦੇ। ਇਹ ਜਿਉਂਦੇ ਵੀ ਆਦਰ ਕਰਦੇ ਹਨ ਤੇ ਮਰਨ ਤੋਂ ਬਾਅਦ ਵੀ ਕੀ ਕਰਦੇ ਹਨ? ਆਦਰ ਕਰਦੇ। ਇਹ ਬਾਈਬਲ। And I wish that if we get a land, we can tell the world that
how we say goodbye to Christians when they die. ਆਮੀਨ। Amen. ਸੁਣੀਏ, ਇਹ ਜਿਹੜੀ ਮੈਂ ਤੁਹਾਨੂੰ ਅੱਜ ਗੱਲ ਮੈਂ ਕਿਸ ਗੱਲ ਤੇ ਬੋਲ ਰਿਹਾ, ਇਹ ਮੈਸੇਜ ਤੁਸੀਂ ਪੜ੍ਹਿਆ ਹੋਣਾ, ਕਿੰਨਿਆਂ ਨੇ ਬਾਈਬਲ ਪੜ੍ਹੀ ਆ? ਕਦੀ ਕਿਸੇ ਨੇ ਆ ਕੇ ਨਹੀਂ ਕਿਹਾ ਹੋਣਾ ਕਿ ਪਰ ਸਾਹਿਬ ਇੱਥੇ ਵੀ ਕਦੀ ਪ੍ਰੀਚ ਕਰੋ, ਦੱਸੋ ਸਾਡਾ ਆਪਣਾ ਕਬਰਸਤਾਨ ਹੋਵੇ ਤਾਂ ਕਿ ਰਿਸਪੈਕਟ ਨਾਲ ਲੋਕਾਂ ਨੂੰ ਲੈ ਕੇ ਜਾਇਆ ਜਾਏ। ਲੰਬੇ ਚੌੜੇ ਹੀਲਿੰਗ ਹੋ ਗਈ, ਇਹ ਹੋ ਗਿਆ, ਬਹੁਤ ਅੱਛੇ ਅੱਛੇ ਮੈਸੇਜ ਆ, ਹੋ ਜਾਂਦੀ ਹੈ। ਮੇਰੇ ਕੋ ਵੀ ਕਰੀ ਬਹੁਤ ਵਾਰੀ ਪਰਮੇਸ਼ਰ ਹੀਲਿੰਗ ਕਰਾਉਣ ਦਾ ਕਹਿ ਰਹੀ, ਹੋ ਜਾਂਦੀ, ਪਰ ਉਹ ਤੋਂ ਜ਼ਰੂਰੀ ਹੀਲਿੰਗ ਪਾਉਣ ਤੋਂ ਬਾਅਦ ਉਹ ਆਦਮੀ ਜਿਹੜਾ ਡੈਥ ਹੋ ਜਾਏ ਉਹਦੀ ਬੇਅਦਬੀ ਲਾਸ਼ ਦੀ ਹੋਵੇ ਤੇ ਕੀ ਫਾਇਦਾ ਉਸ ਹੀਲਿੰਗ ਤੇ ਤਾੜੀਆਂ ਮਾਰਨ ਦਾ? ਜਾਨਵਾਰੀ ਤਾਂ ਉਹਦਾ ਕੋਈ ਸਿਸਟਮ ਹੀ ਨਹੀਂ ਸੀ, ਬੜੀ ਇੱਜ਼ਤ ਨਾਲ ਉਹਨੂੰ ਇੱਜ਼ਤ ਦੇਣੀ ਸੀ, ਉਹ ਤਾਂ ਬਹੁਤ ਬੇਅਦਬੀ ਜੀ ਹੋਈ ਦੀ ਲਾਸ਼ ਦੀ, ਉਹਨੂੰ ਕਿਵੇਂ ਉਹਨੂੰ ਅੱਛੇ ਰੀਤੇ ਨਾਲ ਲੱਗਿਆ ਨਹੀਂ। ਮੈਂ ਚਾਹੁੰਦਾ ਹਾਂ ਕਿ ਲੇਬਰ ਕਲਚਰ ਤੱਕ ਕੋਈ ਵਿਅਕਤੀ ਹੋ ਗਏ ਆ ਪਿੱਛੇ, ਪਰ ਹੁਣ ਮੈਂ ਹੋਣ ਦੇਣਾ ਨਹੀਂ ਚਾਹੁੰਦਾ, ਹੁਣ ਨਹੀਂ ਹੋਣ ਦੇਣਾ ਚਾਹੁੰਦਾ। ਹੁਣ ਉਹ ਹੋਏਗਾ ਜੋ ਖੁਦਾ ਦਾ ਕਲਾਮ ਕਹਿੰਦਾ ਹੈ, ਚਾਹੇ ਇਹਦੇ ਲਈ ਚਰਚ ਦਾ ਗਲਾਸ ਵੀ ਖੁੱਡੇ ਨਾਲ ਲੈਣਾ ਪਵੇ 5 ਲੱਖ ਦਾ, ਜਿਹੜੀ ਆਫਰਿੰਗ ਪਈ ਆ ਤੁਹਾਡੇ ਅਕਾਊਂਟ ਵਿੱਚ, ਮੇਰੇ ਨਹੀਂ ਤੁਹਾਡੇ, ਉਹ ਵੀ ਕੱਢਣੀ ਪਏਗੀ। ਜੇ ਉਹਦੇ ਲਈ ਮੈਨੂੰ ਵੀ ਆਪਣਾ ਕੋਈ ਵੇਚ ਵੜ ਕੇ ਲਾਉਣਾ ਪਿਆ ਨਾ, ਤੇ ਪਾਸਟਰ ਵੀ ਜੋ ਵੀ ਲਾਏਗਾ, ਕਾਹਦੇ ਲਈ? ਕਿ ਕਿਸੇ ਵਿਅਕਤੀ ਦੀ ਬੇਅਦਬੀ ਇੱਥੋਂ ਜਾਣ ਤੋਂ ਬਾਅਦ ਨਾ ਹੋਵੇ। ਜੇ ਕਿਸੇ ਦੂਸਰੇ ਬੰਦੇ ਨੂੰ ਪ੍ਰੋਬਲਮ ਆਏਗੀ, ਕਿਤੇ ਵਿਚਾਰਾ ਫਸ ਗਿਆ ਆ, ਤੇ ਮੈਂ ਇੱਦਾਂ ਕਹੂੰਗਾ ਆਪਣੇ ਜਿਹੜੇ ਇੱਥੇ ਦੇ ਸਹਿਕਰਮੀ ਸਾਡੇ ਨਾਲ, ਉਹਨੂੰ ਕਹੂੰਗਾ ਇਹਦੀ ਬੇਅਦਬੀ ਨਾ ਹੁੰਦੀ ਹੋ, ਉਹਨਾਂ ਨੂੰ ਕਹੋ ਲਾਇਓ, ਲੇਬਰ ਕਲਚਰ ਦੇ ਦਰਵਾਜ਼ੇ ਅੱਜ ਵੀ ਕੀ ਆ, ਖੁੱਲ੍ਹੇ ਹਨ, ਆਈਏ, Praise God. ਤਾਂ ਕਿ ਉਸ ਨੂੰ ਪਤਾ ਲੱਗੇ ਕਿ ਯਾਰ ਸੱਚੀ ਮੁੱਚੀ ਇਹ ਬਾਈਬਲ ਦੇ ਇਮਾਨਦਾਰ ਹਨ ਜਿਹੜੇ ਲੇਬਰ ਕਲਚਰ ਦੇ ਹਨ। ਜੇ ਮੇਰਾ ਕੋਈ ਸਵਾਲ ਕਰੇ ਮੈਂ ਦੱਸ ਸਕਦਾ, ਬਾਈਬਲ 'ਚ ਜਿਹੜੇ ਮੱਛੀਆਂ ਫੜ ਰਹੇ ਸੀ ਨਾ, ਤੇ ਦੂਜੇ ਚੇਲੇ ਦੀਆਂ ਕਿਸ਼ਤੀਆਂ ਭਰ ਗਈਆਂ, ਜਿਹੜੇ ਭਰ ਗਈਆਂ, ਤੇ ਉਹਨੇ ਆਪਣੇ ਨਾਲ ਦੇ ਸਹਿਕਰਮੀ ਨੂੰ ਆਵਾਜ਼ਾਂ ਮਾਰ ਕਹਿੰਦੇ ਤੁਸੀਂ ਆ ਜਾਓ, ਕਿ ਅਸੀਂ ਇਹ ਜ਼ਿਆਦਾ ਜਿਹੜੀ ਆ ਤੁਹਾਡੀ ਕਿਸ਼ਤੀ 'ਚ ਕੀ ਕਰ ਦੇਣੀ ਹੈ। ਮੈਂ ਚਾਹੁੰਦਾ ਇਹ ਮੈਸੇਜ ਤੁਸੀਂ ਆਪਣੇ ਫੋਨ ਤੋਂ ਦੂਜਿਆਂ ਨੂੰ ਪਹੁੰਚਾਈਓ, ਕਿ ਤਾਂ ਕਿ ਦੂਜੇ ਪਾਸਟਰ ਤੱਕ ਮੈਸੇਜ ਪਹੁੰਚੇ। ਜੇ ਕਿਸੇ ਚਰਚ ਨੂੰ ਜ਼ਿਆਦਾ ਦਿੱਤਾ ਆ, ਉਹਨੂੰ ਚਾਹੀਦਾ ਕਿਸੇ ਔਰ ਜਗ੍ਹਾ ਲੈ ਕੇ ਉਹਨੂੰ ਐਸੋਸੀਏਸ਼ਨ ਨੂੰ ਕਹੇ ਕਿ ਤੁਸੀਂ ਤੇ ਪਲਾਟ ਲਓ, ਅਸੀਂ ਤੁਹਾਨੂੰ 20 ਲੱਖ ਦਿੰਦੇ ਆ, ਲੈ ਲਓ, ਤਾਂ ਕਿ ਜਲੰਧਰ ਵਾਲਿਆਂ ਦੀ ਜਿਹੜੇ ਦੂਰੋਂ ਉੱਥੋਂ ਨਾ ਜਾਣਾ ਪਵੇ, ਉੱਥੇ ਕਿਤੇ ਜਗ੍ਹਾ ਲੈ ਕੇ ਬਣਾ ਦਿਓ। ਇਹ ਬਾਈਬਲ ਦੀ ਤਾਲੀਮ ਇਹ ਆ। ਲੇਕਿਨ ਅਸੀਂ ਬੜੇ ਲੰਬੇ ਚੌੜੇ ਪ੍ਰਚਾਰ ਕਰ ਰਹੇ ਹਾਂ, ਹਾਂਜੀ, ਬਹੁਤ ਅੱਛੇ ਮੈਸੇਜ ਸੁਣਦੇ ਹਾਂ, ਪਰ ਕਦੀ ਇੱਦਾਂ ਦਾ ਵਿਚਾਰ ਕਰਦੇ ਹੋ ਕਿਹੜੇ ਚਰਚ ਨੇ ਇੱਦਾਂ ਦਾ ਸੋਚ ਰੱਖੀ ਕਿ ਯਾਰ ਸਾਡੇ ਚਰਚੇ ਜ਼ਿਆਦਾ, ਆਪਣੇ ਚਰਚ ਨੂੰ ਕਹੇ ਕਿ ਤੁਸੀਂ ਉੱਥੇ ਜਗ੍ਹਾ ਲੈ ਕੇ ਉਹ ਫਲਾਣੇ ਚਰਚ ਨੂੰ ਕਹੋ, ਤੁਸੀਂ ਜਿੰਨੇ ਵੀ ਲੋਕ ਆ ਬੁਲਾ ਕੇ ਦੂਜੀਆਂ ਕਲੀਸਿਆਂ ਨੂੰ ਉਹ ਕਹੇ ਤੁਸੀਂ ਜਿਹਨੂੰ ਲਾਗੇ ਪੈਂਦਾ ਤੁਸੀਂ ਇੱਥੇ ਦਫਨਾ ਸਕਦੇ। ਅਸੀਂ ਅੱਜ ਤੱਕ ਪਤਾ ਕਿਹਨਾਂ ਦੀ ਮਿੰਨਤਾਂ ਕਰੀ ਜਾਂਦੇ, MLA ਦੀ, ਬਾਦਲ ਸਾਹਿਬ ਦੀਆਂ, ਉਹਦੀਆਂ। ਸਾਨੂੰ ਇਹਦੀ ਮੀਨਾ ਦੀ ਮਿੰਨਤ ਕਰਨ ਦੀ ਕੋਈ ਲੋੜ ਨਹੀਂ। ਸਾਡਾ ਖੁਦਾ, ਦੁਆ ਕਰਾਂਗੇ, ਮੈਂ ਕਰੂੰਗਾ, ਖੁਦਾ ਤੁਹਾਡੇ ਉੱਤੇ ਆਪਣਾ ਰਹਿਮ ਕਰੇ ਤੇ ਤੁਸੀਂ ਇਹ ਚੀਜ਼ਾਂ ਨੂੰ ਖਰੀਦਣ 'ਚ ਸਫਲ ਹੋ ਜਾਓ, ਤਾਂ ਕਿ ਦੂਜੇ ਲੋਕਾਂ ਨੂੰ ਪਤਾ ਲੱਗੇ, ਹਾਂਜੀ, ਕਿ ਉਹਦੀ ਅੰਸ਼ ਕਦੀ ਟੁਕੜੇ ਨਹੀਂ ਮੰਗਦੀ। ਅਸੀਂ ਇਹਨਾਂ ਦੇ ਮਤਹਿਤ ਨਹੀਂ ਰਹਿਣਾ, ਸਾਡਾ ਖੁਦਾ ਆਪ ਹੀ ਮੁਹੱਈਆ ਕਰੇਗਾ ਸਾਡੇ ਲਈ। ਜਿਹੜੀ ਤੁਹਾਨੂੰ ਅੱਜ ਮੈਂ ਦੱਸਣਾ ਚਾਹੁੰਦਾ, ਇਹ ਬਾਈਬਲ ਦੀ ਗੱਲ ਮੈਂ ਕਰ ਰਿਹਾ। ਪਤਾ ਨਹੀਂ ਕਿਹੜੇ ਮੈਸੇਜ ਪ੍ਰਚਾਰ ਕਰਦੇ ਹਨ ਲੋਕਾਂ ਨੂੰ, ਜਿਹੜੇ ਬਾਕੀ ਲੋਕ ਪਹਿਲਾਂ ਉਹਨਾਂ ਦਾ ਧਿਆਨ ਦੇ ਲਓ ਕਿ ਜਿਹੜੇ ਇਹ ਲੋਕਾਂ ਇਹਨਾਂ ਦਾ ਕੀ ਬਣੇਗਾ ਆਫਟਰ ਡੈਥ, ਕਿੰਨੀ ਦੂਰੋਂ ਜਾਏਗਾ ਬੰਦਾ। ਮੈਂ ਕਹਿੰਦਾ ਮੈਨੂੰ ਪਰਮੇਸ਼ਰ ਨਾ ਦੇਵੇ ਤਾਂ ਹਰ ਖੇਤਰ ਵਿੱਚ, ਹਰ ਪਿੰਡ ਵਿੱਚ ਮੈਂ ਜਾ ਖਰੀਦਵਾਂ, ਤਾਂ ਕਿ ਕਿਸੇ ਨੂੰ ਪਰੇਸ਼ਾਨੀ ਨਾ ਆਵੇ। ਮਨੀ ਵਾਲੇ ਸੱਪ ਬਣ ਕੇ ਬਹਿਣਾ ਇਹ ਠੀਕ ਨਹੀਂ। ਬਹੁਤ ਲੋਕਾਂ ਕੋਲ ਪੈਸਾ ਹੈਗਾ, ਮੈਂ ਜਾਣਦਾ ਹਾਂ, ਪਰ ਉਹ ਕਦੀ ਬਾਈਬਲ, ਜੇ ਇਹ ਚੇਲਿਆਂ ਦੀ ਤਾਲੀਮ ਸਿੱਖਣ, ਜੇ ਕਿਸ਼ਤੀਆਂ ਭਰ ਗਈਆਂ ਤਾਂ ਉਹਨੂੰ ਆਵਾਜ਼ਾਂ ਮਾਰੀਆਂ ਪੱਥਰਾਂ ਨੂੰ, ਕਹਿੰਦੇ ਆਓ ਆਪਣੀਆਂ ਵੋਟਾਂ ਕੀ ਲਾਇਓ, ਵੋਟ ਨਜ਼ਦੀਕ ਲਾਇਓ, ਅਸੀਂ ਤੁਹਾਨੂੰ ਦੇਵਾਂਗੇ। ਇਹ ਬਾਈਬਲ ਦੀ ਗੱਲ ਬੋਲੀਏ। Now, according to the Bible, what we see that when the boats of the fishermen were filled, they asked their friends to come and share the fishes with you. ਉਹਦਾ ਮੱਛਾ ਬੋਲ ਰਿਹਾ ਕਿ ਨਹੀਂ? ਬੋਲੋ ਯਾਰ, ਮੈਂ ਠੀਕ ਬੋਲ ਰਿਹਾ ਕਿ ਗਲਤ? ਜਿਹੜੇ ਬਿਗ ਚਰਚ ਆ ਜੋ ਹਰ ਜਗ੍ਹਾ ਤੇ ਲੈ ਦੇਣ ਜਗ੍ਹਾ, ਆਪਣੇ ਸ਼ਹਿਰ ਦੇ ਲੈਣ, ਪਿੰਡ ਲੈ ਦੇਣ, ਜੇ ਖਰਚ ਵੀ ਦੇਣ। ਜਦ ਮੈਂ ਇਹ ਕਰਨਾ ਕਿ ਜੋ ਉਸ ਸ਼ਹਿਰ ਵਿੱਚ ਬਾੜ ਆਈ, ਮੈਂ ਇੱਕ ਟਰੱਕ ਰਾਸ਼ਨ ਦਾ ਭੇਜਿਆ, ਇਹ 'ਚ ਪਤਾ ਕੀ ਹੈ, ਇਹਦੇ 'ਚ ਵੀ ਇਨਕਮ ਦੇ ਸਾਧਨ ਆ।
ਫਿਰ ਬਾਹਰ ਲੋਕ ਦੇਖ ਕੇ ਪਤਾ ਕੀ ਕਰਦੇ, ਯਾਰ ਉਹ ਲੋਕਾਂ ਦੀ ਹੈਲਪ ਕਰ ਰਿਹਾ, ਫਿਰ ਕਹਿੰਦੇ ਆਪਣਾ ਅਕਾਊਂਟ ਨੰਬਰ ਭੇਜੋ, ਬਾਹਰ ਤੁਹਾਨੂੰ ਪੈਸੇ ਭੇਜਾਂਗੇ। ਇਹ ਇਨਕਮ ਦੇ ਸਾਧਨ ਆ। Now these are the sources of income that we see. ਕਿਉਂਕਿ ਜਿਹੜੇ ਨੈਟ ਤੇ ਉਹ ਦੇਖਦੇ ਸੇਵਕਾਈ ਕਰ ਰਹੇ ਆ, ਲੋਕਾਂ ਨੂੰ ਰਾਸ਼ਨ ਦੇ ਰਹੇ, ਫਿਰ ਉਹ ਕਹਿੰਦੇ ਪਾਰਸ ਆਪਣਾ ਅਕਾਊਂਟ ਭੇਜ, ਤੁਹਾਨੂੰ ਪੈਸੇ ਭੇਜਾਂਗੇ। ਮੈਂ ਸੱਚ ਬੋਲ ਰਿਹਾ, ਕੋਈ ਇਸ ਤਰ੍ਹਾਂ ਕਵੇ ਕਿ ਜਗ੍ਹਾ ਲੈਣੀ ਹੈ ਮੇਰੀ ਨਹੀਂ, ਪਰਸਨਲ ਮੇਰਾ ਕੋਈ ਇਹ ਪ੍ਰੋਪਰਟੀ ਨਹੀਂ ਹੈ, ਇਹ ਉਹ ਲੋਕਾਂ ਦੀ ਜਗ੍ਹਾ ਲੈਣੀ ਹੈ ਜਿਹੜੀਆਂ ਲਾਸ਼ਾਂ ਦੀ ਬੇਅਦਬੀ ਹੁੰਦੀ ਆ, ਤਾਂ ਕਿ ਅਸੀਂ ਉਹਨੂੰ ਖੁਦ ਆਪਣੇ ਹੱਥੀਂ ਬੜੀ ਆਦਰ ਮਾਣ ਨਾਲ ਨੂੰ ਜਾ ਕੇ ਆਪਣੇ ਹੱਥੀਂ ਦਫਨਾਈਏ। Now this burial land we want to purchase, it's not for my personal property, it is for those. ਉਹਦਾ ਮੈਂ ਅੱਛਾ ਬੋਲ ਰਿਹਾ ਵੈਸੇ ਗੱਲ ਤੇ ਬੋਲੋ ਯਾਰ, ਇਹ ਗੱਲ ਅੱਛੀ ਕਿ ਨਹੀਂ? ਬੋਲੋ ਅੱਛੀ ਕਿ ਨਹੀਂ? अच्छी है। ਇਹ ਗੱਲ ਸਾਡੇ ਚਰਚ ਨੂੰ ਕਰਨੀ, ਇਹ ਕਰਨੀ। ਗਲਾਸ ਪਰਸਨਲ ਨਹੀਂ ਹੈ ਕਿਸੇ ਦਾ, ਗਲਾਸ ਤੁਹਾਡਾ ਪਿਆ ਆ, ਉਹ 4 ਲੱਖ ਦਾ ਸੀ, ਹੁਣ ਮੇਰੇ ਖਿਆਲ 5 ਲੱਖ ਦਾ ਹੋ ਗਿਆ ਹੋਏਗਾ, ਸੋਨੇ ਦਾ ਰੇਟ ਵਧਿਆ ਹੈ, ਉਹਨੂੰ ਅਸੀਂ ਲਾ ਦੇਵਾਂਗੇ, ਵੇਚ ਦਾਂਗੇ ਜਗ੍ਹਾ ਵਾਸਤੇ। ਜੇ ਮੇਰੇ ਕੋ ਵੀ ਕੁਛ ਹੋ ਸਕਿਆ, ਤੁਹਾਡੀ ਆਫਰਿੰਗ ਵੀ ਪਈ ਆ, ਉਹ ਵੀ ਅਸੀਂ ਲਾ ਦਾਂਗੇ, ਦੇ ਦਾਂਗੇ। ਔਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ, ਮੇਰੇ ਕੋ 3-4 ਜ਼ਬਾਨ ਇੱਦਾਂ ਦੇ ਆ, ਇਹਨੂੰ ਖਿਆਲ ਨਾਲ ਸੁਣੀਏ। ਇੱਥੇ ਇੱਕ ਲੜਕਾ ਵਿੱਕੀ ਆ, ਅਮਰੀਕਾ 'ਚ ਬੈਠਾ ਹੈ। ਜੇ ਉਹਨੂੰ ਮੈਂ ਫੋਨ ਕਰੂੰਗਾ ਨਾ, ਉਹ ਮੇਰੀ ਹੈਲਪ ਕਰੇਗਾ ਤੁਹਾਡੇ ਚਰਚ ਨੂੰ। ਖੁਦਾ ਤੁਹਾਡੇ ਔਰ ਮੇਰੇ 'ਚ ਗਵਾਹ ਆ, ਮੈਂ ਕਦੀ ਉਹਨਾਂ ਕੋਲ ਮੰਗ ਨਹੀਂ ਕੀਤੀ ਅੱਜ ਤੱਕ, ਮੈਂ ਕਦੀ ਨਹੀਂ ਕਿਹਾ। ਸਾਡਾ ਰਾਜੂ ਲੜਕਾ ਕੈਨੇਡਾ 'ਚ ਬੈਠਾ ਆ, ਜੇ ਉਹਨੂੰ ਕਹਾਂ ਨਾ ਕਿ ਮੈਨੂੰ ਥੋੜੀ ਸਪੋਰਟ ਕਰ ਭੇਜ ਕਬਰਸਤਾਨ ਲਈ, ਉਹ ਵੀ ਤੁਹਾਡੀ ਹੈਲਪ ਕਰੇਗਾ। ਅਮਨ ਆਸਟ੍ਰੇਲੀਆ 'ਚ ਬੈਠਾ, ਜੇ ਮੈਂ ਉਹਨੂੰ ਕਹਾਂ ਨਾ ਕਿ ਮੈਨੂੰ 2 ਲੱਖ ਰੁਪਇਆ ਭੇਜ, ਅਮਨ 2 ਲੱਖ ਰੁਪਇਆ ਭੇਜ ਦੇਗਾ। ਮੈਂ ਦੱਸਣਾ ਚਾਹੁੰਦਾ ਕਾਹਦੇ ਲਈ, ਕੋਈ ਪ੍ਰਾਪਰਟੀ ਲਈ ਆਪਣੀ ਨਹੀਂ ਹੈ। ਮੈਂ ਕਦੀ ਕਿਸੇ ਕੋਲ ਅੱਜ ਤੱਕ ਡਿਮਾਂਡ ਨਹੀਂ ਕੀਤੀ, ਉਹ ਮੇਰਾ ਮੈਸੇਜ ਸੁਣ ਲੈਣਗੇ, ਕਦੀ ਉਹ ਮੈਨੂੰ ਕਹਿ ਦੇਣ ਕਿ ਪਾਦਰੀ ਸਾਹਿਬ ਸਾਨੂੰ ਕਿਹਾ ਹੋ। ਪਰ ਮੈਨੂੰ ਲੱਗਦਾ ਹੁਣ ਮੈਨੂੰ ਆਪਣੇ ਚਰਚ ਦੀ ਜ਼ਰੂਰਤ ਲਈ ਇਸ ਗੱਲ ਹੀ, ਜਿਹੜੇ ਲੋਕਾਂ ਦੀ ਬੇਅਦਬੀ, ਉਹਨਾਂ ਲਈ ਮੈਨੂੰ ਕੁਝ ਕਹਿਣਾ ਪਏਗਾ। ਮਸੀਹ ਵਿੱਚ ਮੇਰੇ ਭੈਣ ਭਰਾਓ, ਇਸ ਵਿਅਕਤੀ ਨੇ ਜਗ੍ਹਾ ਮੁੱਲ ਲੈ ਕੇ ਆਪਣੇ ਲੋਕਾਂ ਦੀ ਲਈ, ਆਪਣੀ ਵਾਈਫ ਦੇ ਲਈ ਇਹਨੇ ਉਹ ਸਿਸਟਮ ਕੀਤਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰੇ ਭੈਣ ਭਰਾਓ, ਇਸ ਗੱਲ ਅੱਗੇ ਆ ਜੀ ਥੋੜਾ, ਕੋਈ ਨਹੀਂ ਆਪਾਂ ਅੱਜ ਬਸ ਸਾਡਾ ਮੈਸੇਜ ਵੀ ਖਤਮ ਹੋਣ ਲੱਗਾ। ਮੇਰਾ 1 ਵਜੇ ਬਸ 15 ਮਿੰਟ ਤੱਕ ਮੈਸੇਜ ਖਤਮ ਹੋ ਜਾਣਾ ਮੇਰਾ। My message is going to finish. ਹਾਂ, ਇਹਨੂੰ ਖਿਆਲ ਨਾਲ ਸੁਣਨਾ, Let's pay attention here ਇਹ ਮੈਸੇਜ ਜ਼ਰੂਰੀ ਹੈ to this message ਤਾਂ ਕਿ ਤੁਸੀਂ ਸਮਝ ਲਓ ਇਹਨੂੰ। so that you may understand. ਅਬਰਾਹਮ ਨੇ ਕੀ ਕੀਤਾ? What did Abraham ਉਹਨੇ do? ਮੁੱਲ ਜਗ੍ਹਾ ਲਿੱਤੀ He purchased the ਤੇ land, ਲੇਬਰ ਕ੍ਰਾਈਸਟ ਚਰਚ ਮਿਹਨਤ ਨਹੀਂ ਕਰੇਗਾ, ਕਿਸੇ ਦੀ ਮੁੱਲ ਲਏਗਾ, ਆਪਣੀ ਜਗ੍ਹਾ ਲਏਗਾ। and Labour Christ Church will not beg, but it will purchase its own land. ਪਰ ਮੈਂ ਪੁੱਛ ਕੇ ਬਿਆਨਾ 10 ਲੱਖ ਤੁਹਾਨੂੰ ਪੁੱਛ ਕੇ ਦਊਂਗਾ। And I will ask you, and then I'll pay 10 lakh, 10 ਲੱਖ ਰੁਪਈਆ ਚਰਚ ਦਾ ਬਿਆਨਾ ਦਿੱਤਾ ਜਾਏਗਾ and I'll pay 10 lakh advance, ਤੁਹਾਨੂੰ ਪੁੱਛ ਕੇ। and I will ask ਜੇ you ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ if you agree with me. ਤੇ ਚਰਚ ਦੇ ਅਕਾਊਂਟ 'ਚੋਂ ਪੈਸੇ ਕਢਾਤੇ ਜਾਣਗੇ, Then we'll take out money from ਗਲਾਸ church account. ਵੇਚਤਾ ਜਾਏਗਾ, We'll pay the advance, ਤੇ ਜਿਹੜੇ ਹੋਰ ਵੀ ਮੇਰਾ ਕਿਤੇ ਸਿਸਟਮ ਹੋਏਗਾ and then if I have ਉਹ for ਮੈਂ the ਉਹਦੀ system, ਸ਼ੁਰੂਆਤ ਕਰ ਦੂੰਗਾ। ਇਸ ਲੈਸਨ ਨੂੰ ਪੂਰਾ ਕਰਾਂਗੇ ਜੇ ਤੁਸੀਂ ਮੈਨੂੰ ਯੈਸ ਕਰੋਗੇ ਕਿ ਦੇ ਦਿਓ ਜੀ, ਜਿਹੜੇ ਚਰਚ ਦੇ ਪੈਸੇ ਉਹ ਸਾਡੇ ਹੀ ਪੈਸੇ ਆ, ਕਿਸੇ ਬਾਹਰ ਨਹੀਂ ਹਨ, ਗਲਾਸ ਵੀ ਸਾਡਾ ਹੀ ਆ, ਦੇ ਦਿਓ, ਹੋਰ ਬਣ ਜਾਏਗਾ। ਜੇ ਤੁਸੀਂ ਮੈਨੂੰ ਯੈਸ ਕਰੋਗੇ ਤੇ ਅਸੀਂ ਉਹਦਾ ਬਿਆਨਾ 10 ਲੱਖ ਦੇ ਦਾਂਗੇ ਜਗ੍ਹਾ ਦਾ। ਉਹ ਕੋਈ ਪਰਸਨਲ ਪ੍ਰਾਪਰਟੀ ਨਹੀਂ ਹੈ, ਉਹ ਤੁਹਾਡੇ ਵਾਸਤੇ ਔਰ ਜਿਹੜੇ ਲੋਕ ਵਿਚਾਰੇ ਇੱਦਾਂ ਉਹਨਾਂ ਬੇਅਦਬੀ ਕੀਤੀ ਜਾਂਦੀ ਉਹਨਾਂ ਦੇ ਵਾਸਤੇ ਆ। ਠੀਕ ਆ, ਬੋਲੋ ਯੈਸ ਜਾਂ ਨੋ। ਹਾਂ, ਅਗਲੀ ਲਾਈਨ ਪੜ੍ਹੀ ਕੀ ਲਿਖਿਆ? ਹੁਣ ਅਫਰੋਨ ਹੇਤ ਦੇ ਪੁੱਤਰਾਂ ਦੇ ਵਿਚਕਾਰ ਬੈਠਾ ਹੋਇਆ ਸੀ, ਔਰ ਤਾਂ ਅਫਰੋਨ ਹਿੱਤੀ ਨੇ ਹੇਤ ਦੇ ਪੁੱਤਰਾਂ ਦੇ ਕੰਨੀ, ਨਾਲੇ ਸਾਰੇ ਨਗਰ ਦੇ ਫਾਟਕ ਤੋਂ ਲੰਘਣ ਵਾਲਿਆਂ ਦੇ ਕੰਨੀ ਵੀ ਇਹ ਗੱਲ ਪਾ ਕੇ ਅਬਰਾਹਾਮ ਨੂੰ ਉੱਤਰ ਦਿੱਤਾ, ਨਹੀਂ ਮੇਰੇ ਪ੍ਰਭੂ ਜੀ, ਮੇਰੀ ਸੁਣੋ, ਮੈਂ ਇਹ ਖੇਤ ਤੁਹਾਨੂੰ ਦਿੰਦਾ ਹਾਂ, ਔਰ ਇਹ ਗੁਫਾ ਵੀ ਜਿਹੜੀ ਉਹਦੇ ਵਿੱਚ ਹੈ, ਮੈਂ ਆਪਣੀ ਕੌਮ ਦੇ ਪੁੱਤਰਾਂ ਦੇ ਸਾਹਮਣੇ ਤੁਹਾਨੂੰ ਦਿੰਦਾ ਹਾਂ, ਆਪਣੇ ਮੁਰਦੇ ਨੂੰ ਦੱਬ ਦਿਓ। ਫਿਰ ਅਬਰਾਹਾਮ ਉਸ ਦੇਸ਼ ਦੇ ਲੋਕਾਂ ਦੇ ਸਨਮੁਖ ਝੁਕਿਆ ਅਤੇ ਉਸ ਦੇਸ਼ ਦੇ ਲੋਕਾਂ ਦੇ ਸੁਣਦੇ ਹੋਏ ਅਫਰੋਨ ਨੂੰ ਆਖਿਆ, ਜੇਕਰ ਤੂੰ ਇਸ ਵਿੱਚ ਮੇਰੀ ਸੁਣਦਾ ਹੈ ਤਾਂ ਮੈਂ ਉਹ ਖੇਤ ਲਈ ਚਾਂਦੀ ਦਿੰਦਾ ਹਾਂ, ਉਹ ਮੇਰੀ ਵੱਲੋਂ ਲੈ ਲਓ, ਤਾਂ ਜੋ ਮੈਂ ਆਪਣੇ ਮੁਰਦੇ ਨੂੰ ਉੱਥੇ ਦੱਬਾਂ। ਔਰ ਅਫਰੋਨ ਨੇ ਇਹ ਆਖ ਕੇ ਅਬਰਾਹਾਮ ਨੂੰ ਉੱਤਰ ਦਿੱਤਾ, ਪ੍ਰਭੂ ਜੀ ਮੇਰੀ ਸੁਣੋ, ਇਹ ਜ਼ਮੀਨ ਦਾ ਖੱਤਾ
ਜਿਹੜਾ 400 ਚਾਂਦੀ ਦੇ ਰੁਪਇਆਂ ਦਾ ਹੈ ਇਹ ਸਾਡੇ ਬੋਲੀਏ, ਵਿੱਚ ਕੀ ਇਹ ਹੈ? ਖੇਤ ਜਿਹੜਾ ਆ 400 ਰੁਪਇਆਂ ਦਾ ਖੱਤਾ। ਚਾਂਦੀ ਦੇ ਰੁਪਈਆਂ ਦਾ ਖੱਤਾ ਆ। ਔਰ ਇਹ ਸਾਡੇ ਵਿੱਚ ਕੀ ਹੈ? ਹਾਂ, ਆਪਣੇ ਮੁਰਦੇ ਨੂੰ ਦੱਬ ਦਿਓ। ਤਾਂ ਅਬਰਾਹਾਮ ਨੇ ਅਫਰੋਨ ਦੀ ਸੁਣੀ, ਔਰ ਅਬਰਾਹਾਮ ਨੇ ਇਹ ਚਾਂਦੀ ਦਾ 400 ਰੁਪਇਆ ਜੋ ਵਪਾਰੀਆਂ ਵਿੱਚ ਚਲਤ ਸੀ, ਜਿਹੜਾ ਉਸਨੇ ਹਿੱਤੀਆਂ ਦੇ ਸੁਣਦੇ ਹੋਏ ਬੋਲਿਆ ਸੀ, ਅਫਰੋਨ ਲਈ ਤੋਲ ਦਿੱਤਾ। ਔਰ ਇਹੋ ਮਕਫੇਲਾ ਵਾਲਾ ਅਫਰੋਨ ਦਾ ਖੇਤ ਜਿਹੜਾ ਮਮਰੇ ਦੇ ਸਾਹਮਣੇ ਹੈ, ਅਤੇ ਖੇਤ ਦੇ ਵਿੱਚ ਦੀ ਗੁਫਾ ਔਰ ਸਾਰੇ ਬਿਰਸ਼ ਜਿਹੜੇ ਖੇਤ ਵਿੱਚ ਸਨ ਅਤੇ ਉਸ ਖੇਤ ਦੇ ਬੰਨਿਆਂ ਦੇ ਉੱਤੇ ਸਨ, ਹਿੱਤੀਆਂ ਦੇ ਅਤੇ ਉਸ ਸਾਰਿਆਂ ਦੇ ਸਨਮੁਖ ਜਿਹੜੇ ਉਸ ਨਗਰ ਦੇ ਮੈਂ ਫਾਟਕ ਵਿੱਚੋਂ। ਤੁਹਾਨੂੰ ਮੇਨ ਗੱਲ ਦੱਸਣਾ ਚਾਹੁੰਦਾ ਕਿ ਉਹਨੇ ਜਗ੍ਹਾ ਮੁੱਲ ਲੈ ਕੇ ਉਹਨੇ ਆਪਣੀ ਵਾਈਫ ਨੂੰ ਕੀ ਕੀਤਾ? ਦਫਨਾ ਦਿੱਤਾ। ਦਫਨਾਇਆ। ਮਸੀਹ ਵਿੱਚ ਮੇਰੇ ਭੈਣ ਭਰਾਓ, ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਸਾਡੇ ਚਰਚ ਨੂੰ ਕਿਤੇ ਲਾਸ ਨਾ ਹੋਵੇ, ਘਾਟ ਨਾ ਪਵੇ। ਬਹੁਤ ਲੋਕਾਂ ਦੇ ਸ਼ਬਦਾਂ ਦੇ ਨਾਲ ਹੈਗਾ ਕਿ ਹਾਂ ਜਗ੍ਹਾ ਹੋਣੀ ਚਾਹੀਦੀ, ਜਗ੍ਹਾ ਹੋਣੀ ਚਾਹੀਦੀ, ਜਗ੍ਹਾ ਹੋਣੀ ਚਾਹੀਦੀ, ਪਰ ਅਸੀਂ ਹੁਣ ਦੂਸਰਾ ਕੋਈ ਕੰਮ ਨਹੀਂ ਕਰਾਂਗੇ। ਅਸੀਂ ਹੁਣ ਜਗ੍ਹਾ ਤੇ ਫੋਕਸ ਕੀਤਾ ਹੈ। ਜੇ ਤੁਸੀਂ ਮੇਰੇ ਨਾਲ ਐਗਰੀ ਹੋ ਜਾਓਗੇ ਤੇ ਮੈਂ ਤੁਹਾਨੂੰ ਅਗਲੇ ਨੈਕਸਟ ਸੰਡੇ ਦੱਸ ਦੂੰਗਾ ਕਿ ਅਸੀਂ ਕਿੰਨਾ ਲੋਨ ਅਪਲਾਈ ਕੀਤਾ ਹੈ, ਕਿੰਨਾ ਲੋਨ ਲੈਣਾ ਗਵਰਨਮੈਂਟ ਤੋਂ। ਉਹ 60 ਲੱਖ ਰੁਪਏ ਇਕੱਠਾ ਕਰਨਾ ਹੈ, ਕਿੱਦਾਂ ਕਰਨਾ ਮੈਨੂੰ ਨਹੀਂ ਪਤਾ। ਉਹ ਪਰਮੇਸ਼ਰ ਦੀ ਦੁਆ ਕਰਾਂਗੇ, ਤੁਸੀਂ ਵੀ ਦੁਆ ਕਰਨੀ। ਔਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਬਾਈਬਲ ਦੇ ਮੁਤਾਬਕ, ਕਰੰਥੀਆਂ ਦੇ ਖਾਦ ਦੇ ਮੁਤਾਬਕ ਲਿਖਿਆ ਕਿ ਉਹਨਾਂ ਨੇ ਆਪਣੀ ਵਿੱਤ ਤੋਂ ਬਾਹਰ ਦਾਨ ਸੋ ਦਾਨ ਦਿੱਤਾ। ਇਹਦਾ ਲਿਖਿਆ ਆਪਣੀ ਵਿੱਤ ਤੋਂ ਬਾਹਰ। ਪਤਾ ਕੀ ਨਾਲ ਮਿਹਨਤ ਕੀਤੀ ਕਰੰਥੀਆਂ ਨੇ? ਕਹਿੰਦਾ ਇਹ ਪੈਸਾ ਪੁੰਨ ਦੇ ਕੰਮ ਲਈ ਲੈ ਜਾਓ। ਕਰੰਥੀਆਂ ਨੇ ਆਪਣੀ ਕਾਤ ਤੋਂ ਬਾਹਰ ਦਾਨ ਦਿੱਤਾ। ਕਰੰਥੀਆਂ ਦੀ ਕਲੀਸਿਆ। And the church of Corinthians, they even made efforts to go beyond their limits. ਔਰ ਕੀ ਕਿਹਾ? And then what did they say? ਇਹ ਗੱਲ ਕਹੀ, He said, ਇਸ ਪੁੰਨ ਦੇ ਕੰਮ ਲਈ ਪੁੰਨ for this good work, ਇਹ ਸਾਡੇ ਕੋਲ ਜੋ ਕੁਛ ਹੈਗਾ ਤੁਹਾਨੂੰ ਦਿੰਨੇ ਆ, whatever we have, we give it to you ਅੱਛੇ ਕੰਮ ਲਈ, for good work. ਮਿਹਨਤ ਕਰਕੇ। They requested, ਉਹਨੇ ਇਦਾਂ ਆਫਰਿੰਗ ਦਿੱਤੀ, and they gave offering like that, ਮਿਹਨਤ ਕਰਕੇ। requesting and giving. ਹੁਣ ਕਿਤੇ ਮੇਰੇ ਕੋਲ ਨਾ ਮਿਹਨਤ ਕਰਾਈਓ, And this, ਮੈਂ ਕਹਾਂ ਮਿਹਨਤ ਕਰਕੇ। ਚਾਹੀਦਾ ਤਾਂ ਤੁਹਾਨੂੰ ਆ ਕਿ ਮਿਹਨਤ ਕਰਕੇ ਸਾਡਾ ਵੀ ਇਸ ਕੰਮ ਲਈ ਲੈ ਜਾਓ, and then you also request and then take this from us, ਨਾ ਕਿ ਮੈਂ ਮਿਹਨਤ ਕਰਾਂ ਤੁਹਾਡੀ। or neither I should request you. ਕਿਉਂਕਿ ਇੰਨੇ ਲੋਕਾਂ ਨੂੰ ਆਉਣ ਵਾਲੇ ਦਿਨਾਂ 'ਚ ਬੈਨੀਫਿਟ ਹੋਣਾ ਹੈ। Because if we do this, people in future will be ਜੇ benefited. ਅਬਰਾਹਮ ਇਮਾਨਦਾਰਾਂ ਦਾ ਬਾਪ ਸਾਡਾ ਖਰੀਦ ਸਕਦਾ ਜਗ੍ਹਾ, A- ਹਾਂ ਮੁੱਲ ਜਗ੍ਹਾ ਖਰੀਦੀ ਅਬਰਾਹਮ ਨੇ। And Abraham purchased the land. ਤੇ ਅਸੀਂ ਵੀ ਲਿਖਿਆ ਨਾ ਅਬਰਾਹਮ, ਇਸਹਾਕ, ਯਾਕੂਬ ਦਾ ਪਰਮੇਸ਼ਰ, ਇਹਦੇ ਲਿਖਿਆ। ਜੇ ਉਹਨੇ ਜਗ੍ਹਾ ਮੁੱਲ ਲਿੱਤੀ ਇਮਾਨਦਾਰਾਂ ਦੇ ਬਾਪ ਨੇ, ਤੇ ਉਹਦੇ ਬੱਚੇ ਵੀ ਇਮਾਨਦਾਰ ਆ, ਉਹ ਵੀ ਆਪਣੀ ਜਗ੍ਹਾ ਕੀ ਲੈਣਗੇ? ਬੋਲੋ ਕੀ ਲੈਣਗੇ? ਅਸੀਂ ਮੁੱਲ ਲਵਾਂ। ਨਾ ਕਿਸੇ ਸਾਨੂੰ ਮੰਤਰੀ ਕੋ, ਨਾ ਕਿਸੇ ਸੰਤਰੀ ਕੋ, ਸਾਨੂੰ ਰਾਜਾਂ ਦੇ ਅੱਗੇ ਕੀ ਕਰਨੀ ਹੈ? ਬੇਨਤੀ ਕਰਨੀ ਤੇ ਜਗ੍ਹਾ ਖਰੀਦਣੀ ਹੈ। ਬੋਲੋ ਆਮੀਨ। Amen. ਬੋਲੋ ਆਮੀਨ। Amen. ਅਸੀਂ ਆਪਣੀ ਜਗ੍ਹਾ ਖਰੀਦਾਂਗੇ। We'll purchase our own land. ਉਹਦਾ ਤੁਹਾਨੂੰ ਅੱਛਾ ਲੱਗਦਾ ਹੈ? ਜੇ ਅੱਛਾ ਲੱਗਦਾ ਇੱਕ ਹਾਲੇਲੂਇਆ ਬੋਲੀ ਜ਼ੋਰ ਦੀ। Hallelujah. ਜਿਹਦਾ ਦਿਲ ਨਾ ਹੋਵੇ ਉਹ ਨਾ ਬੋਲੇ। Hallelujah. ਅਸੀਂ ਉਹ ਜਗ੍ਹਾ ਲਵਾਂਗੇ We'll purchase that land. ਤਾਂ ਕਿ ਕਿਸੇ ਲਾਸ਼ ਦੀ ਬੇਅਦਬੀ ਨਾ। ਫਿਰ ਕਿੱਦਾਂ ਲੈ ਕੇ ਜਾਵਾਂਗੇ? ਜੇ ਇੰਗਲੈਂਡ ਅਮਰੀਕਾ ਵਾਲੇ ਜਾ ਸਕਦੇ, ਉਹਨਾਂ ਨੂੰ ਇੰਨਾ ਆਦਰ ਦੇ ਨਾਲ ਇੰਡੀਆ ਵਾਲੇ ਵੀ ਲੈ ਕੇ ਜਾਣਗੇ। ਇੱਦਾਂ ਲੈ ਕੇ ਜਾਵਾਂਗੇ ਆਪਣੀ ਕਿਸੇ ਭੈਣ ਨੂੰ, ਆਪਣੇ ਭਰਾ ਨੂੰ ਆਦਰ ਨਾਲ। ਪਤਾ ਕਿਉਂ? ਕਿਉਂਕਿ ਉਹਨੇ ਵਿਸ਼ਵਾਸ 'ਚ ਆਪਣਾ ਜੀਵਨ ਕੀ ਆ ਗੁਜ਼ਾਰਿਆ। ਠੀਕ ਆ। ਮਸੀਹ ਵਿੱਚ ਮੇਰੇ ਭੈਣ ਭਰਾਓ, ਮੈਂ ਤੁਹਾਨੂੰ ਬੇਨਤੀ ਕਰਦਾ ਪ੍ਰਭੂ ਦੇ ਵਿੱਚ, ਬਾਈਬਲ ਨੂੰ ਪੜ੍ਹਿਆ ਕਰੋ, ਬਾਈਬਲ ਨੂੰ ਸੁਣਿਆ ਕਰੋ ਤੇ ਬਾਈਬਲ 'ਤੇ ਚੱਲਿਆ ਕਰੋ। ਅਸੀਂ ਬਾਈਬਲ ਨਾਲ ਚੱਲਣਾ ਆ ਤੇ ਇਸ ਗੱਲ ਨੂੰ ਕੀ ਕਰਨਾ ਹੈ? ਪੂਰਾ ਕਰਨਾ। ਆਪਣੀ ਵਿੱਤ ਤੋਂ ਬਾਹਰ ਤੁਸੀਂ ਹਿਸਾਬ ਲਾ ਲਓ ਕਿ ਇੰਨੇ ਇਕੱਠੇ ਕਰਨੇ ਆ ਤੇ ਇਹ 1000 2000 ਨਾਲ ਕੰਮ ਨਹੀਂ ਉਹ ਚੱਲਣਾ। ਇਹ 1000 2000 ਨਾਲ ਨਹੀਂ ਗੱਲ ਬਣਨੀ। ਇਹ ਤੁਹਾਨੂੰ ਆਪਣੀ ਵਿੱਤ ਤੋਂ ਬਾਹਰ ਦੋਗੇ ਤੇ ਤੁਹਾਡਾ ਪੈਸਾ ਖੁਦਾ ਸੁਣ ਰਿਹਾ, ਇਮਾਨਦਾਰੀ ਨਾਲ ਖਰੀਦਾ ਜਾਏਗਾ। ਅਸੀਂ ਲੋਨ ਵੀ ਲਵਾਂਗੇ, ਲੋਨ ਲਵਾਂਗੇ
ਅਪਲਾਈ ਕਰਾਂਗੇ। ਮੈਂ ਦੱਸਣਾ ਚਾਹੁੰਦਾ, ਜਿਲੇ ਇਹ ਖਬਰ ਸਾਡੇ ਭਾਈ ਕਪੂਰ ਨੂੰ ਪਤਾ ਲੱਗੀ, ਜਿਹੜੇ ਭਾਈ ਕਰੀ ਖਾਣਾ ਖੁਣਾ ਬਣਾ ਜੋਤੀ ਹੁਣ, ਉਹਨੇ ਪਿਛਲੇ ਹਫਤੇ 1 ਲੱਖ ਦਾ ਚੈੱਕ ਦਿੱਤਾ ਮੈਨੂੰ। ਕਹਿੰਦੇ ਤੁਸੀਂ ਮੈਨੂੰ ਪਤਾ ਲੱਗਾ ਜਗ੍ਹਾ ਲੈਣੀ ਨਾ, 1 ਲੱਖ ਦਾ ਚੈੱਕ ਮੈਂ ਦੇਣਾ। ਮੈਨੂੰ ਅੱਛਾ ਲੱਗਾ ਉਹਨੇ ਦਿਲ ਤੋਂ ਦਿੱਤਾ। ਉਹ ਨਹੀਂ ਕਿ ਮੈਂ ਕੋਈ ਪਰਸਨਲ ਆਪਣੇ ਕੰਮ ਲਈ ਖਰਚ ਲਵਾਂ, ਉਹ ਮੈਂ ਚਰਚ ਅਕਾਊਂਟ ਵਿੱਚ ਸੋਨੂੰ ਨੂੰ ਕਿਆ ਜਮ੍ਹਾਂ ਕਰਾ। ਇਹ ਕਾਹਦੇ ਲਈ? ਪਤਾ ਕਿਉਂ? ਕੋਈ ਅੱਛਾ ਕੰਮ ਕਰੀਏ, ਇਹ ਯਾਦਗਾਰੀ, ਇਹ ਜਗ੍ਹਾ ਇੱਕ ਵਾਰੀ ਬਣ ਜਾਣੀ ਹੈ, ਫਿਰ ਕਿਸੇ ਨੂੰ ਪਰੇਸ਼ਾਨੀ ਨਹੀਂ, ਨਾ ਹੀ ਕਿਸੇ ਲਾਸ਼ ਦੀ ਪੌਤਰਾਤਮਾ ਪਾਹੇ ਬੰਦੇ ਦੀ, ਕਿਸੇ ਭੈਣ ਦੀ, ਕਿਸੇ ਬੱਚੇ ਦੀ ਬੇਅਦਬੀ ਹੋਏਗੀ, ਨਾ ਹੀ ਕਿਸੇ ਢੇਰ ਥੱਲੇ ਕੋਈ ਦੱਬਿਆ ਜਾਵੇਗਾ, ਨਾ ਹੀ ਕੋਈ ਇਹ ਕਹੇਗਾ ਸ਼ਹਿਰ ਤੋਂ ਬਾਹਰ ਦੱਬੋ। ਇਹ ਹੋਇਆ ਸਿਟੀ ਦੇ ਅੰਦਰ, ਪਾਸਟਰ ਲੋਕਾਂ ਨੂੰ ਪਤਾ ਹੈ, ਪਰ ਉਹ ਇਸ ਗੱਲ ਤੇ ਨਹੀਂ ਆਉਂਦੇ, ਮੈਂ ਇਹ ਵੀ ਗੱਲ ਕਹੀ ਸੀ ਆਪਣੇ ਐਸੋਸੀਏਸ਼ਨ ਦੀ ਇੱਕ ਵਾਰੀ ਕਿ ਮੈਂ ਆਪਣੇ ਚਰਚ ਤੋਂ ਤੁਹਾਨੂੰ ਪੈਸੇ ਇਕੱਠੇ ਕਰਾ ਕੇ ਦਊਂਗਾ, ਆਫਰਿੰਗ ਲੈ ਕੇ ਦਊਂਗਾ, ਤੁਸੀਂ ਲੈ ਲਓ ਜਗ੍ਹਾ ਇੱਥੇ ਲੈਣੀ। ਪਰ ਇਸ ਗੱਲ ਤੇ ਕੋਈ ਨਹੀਂ ਆ ਰਿਹਾ, ਪਰ ਮੈਨੂੰ ਖੁਦ ਹੀ ਇਹ ਫੈਸਲਾ ਕਰਨਾ। ਠੀਕ ਆ, ਪਰਮੇਸ਼ਵਰ ਤੁਹਾਨੂੰ ਅੱਜ ਇਸ ਵਚਨ ਤੋਂ ਸੁਣੇ ਤੇ ਪੜ੍ਹੇ ਜਾਣ ਤੇ ਬਰਕਤ। ਮਸੀਹ ਵਿੱਚ ਬੇਨਤੀ ਆ।